ਪਹਿਲਾਂ ਤਾਂ ਥੈਂਕ ਯੂ ਵੈਰੀ ਮੱਚ। ਇੱਕ ਦਿਨ ਦੇ ਨੋਟਿਸ ਤੇ ਤੁਸੀਂ ਸਾਰੇ ਆਏ। ਮੈਨੂੰ ਲੱਗਦਾ ਜਿਵੇਂ ਪੰਜਾਬ ਅੰਦੋਲਨ ਹੋਇਆ ਹੋਇਆ, ਤੁਸੀਂ ਸਾਰੇ ਤਾਂ ਖੈਰ ਅੰਦੋਲਨ ਕਰਨ ਵਾਲਿਆਂ ਚੋਂ ਪੰਜਾਬ ਨੂੰ ਵੀ ਅੰਦੋਲਨ ਤੁਸੀਂ ਕੀਤਾ। ਔਰ ਜੇ ਤੁਸੀਂ ਨਾ ਹੁੰਦੇ ਤਾਂ ਮੈਂ ਇੱਕ ਗੱਲ ਗਰੰਟੀ ਨਾਲ ਆਣਾ ਕਿ ਕਿਸਾਨ ਅੰਦੋਲਨ ਜਿੱਤਣ 'ਚ ਵੀ ਤੇ ਜੋ ਹੁਣ ਇੱਕ ਪੰਜਾਬ ਨੂੰ ਬਦਲਣ ਦੀ ਮੁਹਿੰਮ ਚੱਲੀ ਹੈ, ਸ਼ਾਇਦ ਇਹਦੇ 'ਚ ਇੰਨੀ ਕਾਮਯਾਬੀ ਇੰਨੀ ਛੇਤੀ ਨਾ ਮਿਲਦੀ ਜਿੰਨੀ ਹੁਣ ਨਜ਼ਰ ਆ ਰਹੀ ਹੈ। ਇਹ ਸਾਰੇ ਤੁਹਾਡਾ ਸਹਿਯੋਗ ਹੈ। ਤੁਸੀਂ ਸਾਹਮਣੇ ਖੜ੍ਹੇ ਹੋ ਇਸ ਲਈ ਨਹੀਂ, ਪਰ ਮੈਨੂੰ ਲੱਗਦਾ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣਾ ਚਾਹੀਦਾ। ਤੁਸੀਂ ਇਹਦੇ ਲਈ ਤਾਰੀਫ ਦੇ ਕਾਬਲ ਹੋ। ਪਲੀਜ਼ ਜ਼ਰਾ ਆਰਾਮ ਨਾਲ ਆਪਾਂ ਨਾ ਗੱਲਾਂ ਬਾਤਾਂ ਨੂੰ ਥੋੜ੍ਹਾ ਜਿਹਾ ਕੱਟ ਕਰਕੇ ਪਲੀਜ਼। ਅੱਛਾ, ਅੱਜ ਤੁਹਾਨੂੰ ਮੇਨ ਬੁਲਾਉਣ ਦੀ ਵਜ੍ਹਾ ਸੀ ਜਿਹੜੀ, ਪਹਿਲਾਂ ਮੈਂ ਉਹ ਬਿਆਨ ਕਰ ਦਿਆਂ। ਵੈਸੇ ਇੱਕ ਸੰਤ ਬਾਬਾ ਸੇਵਾ ਸਿੰਘ ਜੀ ਉਹ ਆਉਣ ਵਾਲੇ ਨੇ, ਉਹ ਵਿਚਾਰੇ ਬਿਮਾਰ ਵੀ ਸੀ, ਜਲੰਧਰ ਹਸਪੀਟਲ 'ਚ ਸੀ, ਉੱਥੋਂ ਨਿਕਲ ਚੁੱਕੇ ਨੇ। ਜਦੋਂ ਵੀ ਆਏ ਤਾਂ ਆ ਜਾਣਗੇ। ਬੱਬੂ ਵੀ ਆਉਣ ਦੀ ਵੇ ਹੈ, ਸਾਰੇ ਨੇ। ਜੋ ਮੇਨ ਗੱਲ ਸੀ ਉਹ ਇਹ ਕਹਿਣੀ ਸੀ ਕਿ ਅਸੀਂ ਇੱਕ ਏਜੰਡਾ ਦਿੱਤਾ ਸੀ ਮਹੀਨਾ ਕੁ ਪਹਿਲਾਂ। ਅਸੀਂ ਉਸ ਏਜੰਡੇ ਨੂੰ ਇੱਥੇ ਆ ਕੇ ਤੁਹਾਡੇ ਸਾਹਮਣੇ ਬਾਹਰ ਇੱਥੇ ਲਾਉਣ ਦੇ ਵਿੱਚ ਅਨਾਊਂਸ ਵੀ ਕੀਤਾ ਸੀਗਾ। ਉਸ ਏਜੰਡੇ ਨੂੰ ਤਕਰੀਬਨ ਅਕਰੋਸ ਦੀ ਪੰਜਾਬ ਜੋ ਪਾਰਟੀਜ਼ ਨੇ ਜਾਂ ਪ੍ਰਾਈਵੇਟ ਇੰਡੀਵਿਜੂਅਲਸ ਨੇ ਜਾਂ ਸੰਸਥਾਵਾਂ ਨੇ, ਉਹਨਾਂ ਨੇ ਮੰਨਿਆ, ਉਹਨਾਂ ਨੇ ਐਕਸੈਪਟ ਕੀਤਾ, ਜਾਂ ਤੁਸੀਂ ਕਹਿ ਲਓ ਉਹਨਾਂ ਨੇ ਸਹਿਮਤੀ ਜ਼ਾਹਿਰ ਕੀਤੀ ਹੈ। ਸਭ ਤੋਂ ਪਹਿਲਾਂ ਸੰਯੁਕਤ ਸਮਾਜ ਮੋਰਚਾ, ਜੋ ਕਿਸਾਨਾਂ ਨੇ ਇੱਕ ਪਾਰਟੀ ਦਾ ਸ਼ੇਪ ਲਿਆ, 22 ਜਥੇਬੰਦੀਆਂ ਨੇ, ਉਹਨਾਂ ਨੇ ਉਸ ਨੂੰ ਹੂਬਹੂ ਮੰਨਿਆ ਔਰ ਨਾਲ ਇਹ ਵੀ ਕਿਹਾ ਕਿ ਅਸੀਂ ਇਹ 'ਚ ਹੋਰ ਵੀ ਐਡੀਸ਼ਨ ਕਰਾਂਗੇ। ਲੋਕ ਅਧਿਕਾਰ ਲਹਿਰ ਕਾਫੀ ਚਿਰ ਤੋਂ ਫੀਲਡ 'ਚ ਨੇ, ਬਹੁਤ ਚਿਰ ਤੋਂ ਪਿੰਡਾਂ ਦੇ ਵਿੱਚ ਇੱਧਰ ਉੱਧਰ ਹਰ ਜਗ੍ਹਾ 'ਤੇ ਅਵੇਅਰਨੈਸ ਬਣਾ ਰਹੇ ਨੇ, ਲੋਕਾਂ 'ਚ ਪੈਦਾ ਕਰ ਰਹੇ ਨੇ ਕਿ ਪੰਜਾਬ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ। ਉਹਨਾਂ ਨੇ ਵੀ ਪੂਰੇ ਭਰਪੂਰ ਤਰੀਕੇ ਨਾਲ ਉਹਦੀ ਹਮਾਇਤ ਕੀਤੀ ਹੈ ਏਜੰਡੇ ਦੀ। ਇਸੇ ਤਰ੍ਹਾਂ ਨਾਲ ਬਹੁਤ ਸਾਰੀਆਂ ਦਲਿਤ ਜਥੇਬੰਦੀਆਂ, ਬਹੁਤ ਸਾਰੇ ਵਪਾਰੀ, ਜਿਵੇਂ ਵਪਾਰੀ ਐਂਡ ਉਦਯੋਗ ਵਰਗ ਹੈ, ਮਿਸਟਰ ਬਾਵਾ ਹੋਰੀ, ਉਹਨਾਂ ਨੇ ਵੀ ਉਹਨੂੰ ਮੰਨਿਆ ਹੂਬਹੂ ਜਿਵੇਂ ਹੈ, ਬਲਕਿ ਨਾਲ ਹੋਰ ਵੀ ਆਖ ਰਹੇ ਨੇ ਕਿ ਕੁਝ ਚੀਜ਼ਾਂ ਅਸੀਂ ਅਗਰ ਹੋਰ ਵੀ ਪਾ ਸਕੀਏ। ਇੱਥੇ ਵੀ ਆਏ ਹੋਏ ਨੇ ਜੋ ਇਨਸਾਫ ਮੰਚ ਪੰਜਾਬ ਵੱਲੋਂ ਤੇ IDP, ਇੱਕ ਪਾਰਟੀ ਜਿਹੜੇ ਬੜੇ ਚਿਰ ਤੋਂ ਇਸ ਕੰਮ ਲਈ ਕੰਮ ਕਰ ਰਹੇ ਆ ਕਿ ਏਜੰਡੇ ਦੇ ਉੱਤੇ ਹੀ ਹੋਣਾ ਚਾਹੀਦਾ ਸਾਰਾ ਕੁਝ। ਉਹਨਾਂ ਦੇ ਪ੍ਰਧਾਨ ਸਾਹਿਬ ਵੀ ਬੈਠੇ ਹੋਏ ਨੇ ਇੱਥੇ, ਉਹਨਾਂ ਨੇ ਵੀ ਹਮਾਇਤ ਦਿੱਤੀ ਹੈ। ਲੱਖਾ ਸਿੰਘ ਸੁਧਾਣਾ ਤੇ ਉਹਨਾਂ ਦਾ ਪੂਰਾ ਗਰੁੱਪ, ਉਹਨਾਂ ਨੇ ਵੀ ਸਪੈਸ਼ਲ ਕਿਹਾ ਕਿ ਅਸੀਂ ਇਹਦੇ ਨਾਲ ਸਹਿਮਤ ਹਾਂ। ਔਰ ਬਹੁਤ ਸਾਰੀਆਂ ਕੁਝ ਜਥੇਬੰਦੀਆਂ ਨੇ, ਕਿਸਾਨਾਂ 'ਚ ਵੀ ਨੇ ਤੇ ਮਜ਼ਦੂਰਾਂ 'ਚ ਵੀ ਨੇ, ਉਹਨਾਂ ਨੇ ਪਰਸਨਲੀ ਕਿਤੇ ਮੈਨੂੰ, ਕਿਤੇ ਧਾਲੀਵਾਲ ਸਾਹਿਬ ਨੂੰ, ਕਿਤੇ ਹਮੀਰ ਜੀ ਨੂੰ ਜਾਂ ਦੀਪਕ ਜੀ ਨੂੰ, ਉਹਨਾਂ ਨੇ ਆ ਕੇ ਕਿਹਾ ਕਿ ਅਸੀਂ ਇਸ ਏਜੰਡੇ ਨਾਲ ਸਹਿਮਤ ਹੈ। ਉਹਨਾਂ ਦਾ ਨਾਮ ਮੈਂ ਇਸ ਲਈ ਨਹੀਂ ਲੈ ਰਿਹਾ ਕਿ ਪਬਲਿਕਲੀ ਪਹਿਲਾਂ ਉਹ ਵੀ ਕਹਿ ਦੇਣ ਕਿ ਅਸੀਂ ਏਜੰਡੇ ਨਾਲ ਸਹਿਮਤ ਹਾਂ, ਫਿਰ ਮੈਂ ਵੀ ਉਹਨਾਂ ਦਾ ਨਾਮ ਪਬਲਿਕਲੀ ਲੈ ਦਈਏ। ਕਿਉਂਕਿ ਪਬਲਿਕਲੀ ਨਾਂ ਲੈਣ ਤੋਂ ਭਾਵ ਕੀ ਹੈ ਕਿ ਉਹ ਸਾਡੇ ਨਾਲ ਸਹਿਮਤ ਨਹੀਂ ਗੇ, ਉਹ ਪੰਜਾਬ ਨਾਲ ਸਹਿਮਤ ਨੇ ਕਿ ਪੰਜਾਬ ਨੂੰ ਕਿਵੇਂ ਬਚਾਇਆ ਜਾ ਸਕਦਾ। ਏਜੰਡਿਆਂ ਦੇ ਵਿੱਚ ਹੈ ਹੀ ਆ ਸਾਰਾ ਕੁਝ। ਅਸੀਂ ਜੇ ਇੱਥੇ ਬੈਠੇ ਹਾਂ ਤਾਂ ਉਹ ਪੰਜਾਬ ਨੂੰ ਬਚਾਉਣ ਦੀ ਗੱਲ ਆ, ਹੋਰ ਕਿਸੇ ਗੱਲ ਦੇ ਲਈ ਨਹੀਂ ਅਸੀਂ ਇੱਥੇ ਬੈਠੇਗੇ ਕਿ ਪੰਜਾਬ ਨੂੰ ਕਿਵੇਂ ਬਚਾ ਸਕਦੇ ਹਾਂ। ਕਿ ਨਾਰਿਆਂ ਨਾਲ, ਜਿਹੜੇ ਨਾਰੇ 75 ਸਾਲ ਤੋਂ ਲੱਗਦੇ ਆ ਰਹੇ ਨੇ ਕਿ ਆਹ ਕਰ ਦਿਆਂਗੇ, ਆਹ ਕਰ ਦਿਆਂਗੇ, ਔਰ ਫਾਈਨਲੀ ਉਹ ਜੁਮਲਾ ਬਣ ਜਾਂਦਾ ਹੈ। ਅੱਜ ਪੰਜਾਬ, ਮੈਂ ਤੁਹਾਨੂੰ ਕਹੂੰਗਾ ICU ਨਹੀਂ, ਅਸੀਂ ਫੇਲ ਸਟੇਟ ਦੇ ਨੇੜੇ ਆ, ਜਿੱਥੇ ਸਾਡਾ ਰੈਵਨਿਊ ਟੋਟਲ ਜਨਰੇਸ਼ਨ 95,000 ਕਰੋੜ ਹੋਵੇ ਤੇ ਤੁਹਾਡੇ ਤੇ ਲੋਨ 4.5 ਲੱਖ ਕਰੋੜ ਦਾ ਹੋ ਗਿਆ ਹੋਵੇ। ਓਵਰਆਲ ਡੈਫਿਸਿਟ ਤੁਹਾਡਾ ਸਾਲ ਦਾ 75,000 ਕਰੋੜ ਦਾ ਹੋਵੇ ਤਾਂ ਅਸੀਂ ਬਾਲੀ ਦੂਰ ਨਹੀਂ ਫੇਲ ਸਟੇਟ ਹੋਣ ਤੋਂ। ਕਿ ਉਦੋਂ ਇਹੋ ਜਿਹੇ ਨਾਰੇ ਦਿੱਤੇ ਜਾਣਗੇ ਜੋ ਅੱਜ ਕੱਲ੍ਹ ਦਿੱਤੇ ਜਾ ਰਹੇ ਆ, ਲੋਕ ਲੁਭਾਵਣ, ਕਿ ਇਹ ਹਮਦਰਦ ਨੇ, ਸੁਹਿਰਦ ਨੇ, ਕਿ ਅਸੀਂ ਜਾਵਾਂਗੇ ਕਿੱਥੇ, ਅਸੀਂ ਤਨਖਾਹਾਂ ਦੇ ਪਾਵਾਂਗੇ ਅਗਲੇ ਜਾ ਕੇ, ਕਿ ਮੰਡੀਆਂ 'ਚੋਂ ਖਰੀਦ ਪਾਵਾਂਗੇ ਸਾਰੀਆਂ ਜੋ ਅੱਜ ਕੱਲ੍ਹ ਅਸੀਂ ਖਰੀਦ ਕਰਦੇ ਹਾਂ। ਕੋਈ ਕਿਸੇ ਨੂੰ ਖਿਆਲ ਨਹੀਂ, ਬਸ ਇਹ ਖਿਆਲ ਹੈ ਕਿ ਅਸੀਂ ਪਹਿਲਾਂ ਮਹਿਲਾਵਾਂ ਨੂੰ ਕਿਵੇਂ ਆਕਰਸ਼ਿਤ ਕਰ ਲਈਏ, ਕਿਸਾਨਾਂ ਨੂੰ ਕਿਵੇਂ ਕਰ ਲਈਏ, ਮਜ਼ਦੂਰਾਂ ਨੂੰ ਕਿਵੇਂ ਕਰ ਲਈਏ, ਸਿਰਫ ਨਾਅਰੇ ਦੇ ਦਈਏ। ਇਹ ਨਾਅਰਿਆਂ ਵਾਲਿਆਂ ਤੋਂ ਬਚਿਆ ਜਾਵੇ
ਤੇ ਮੁੱਦਿਆਂ ਤੇ ਗੱਲ ਹੋ ਸਕੇ, ਪਾਲਿਸੀਜ਼ ਤੇ ਗੱਲ ਹੋ ਸਕੇ। ਔਰ ਰੋਡ ਮੈਪ ਸਭ ਤੋਂ ਅਹਿਮ ਹੈ। ਰੋਡ ਮੈਪ ਤੁਸੀਂ ਨਾਰਾ ਦੇ ਦਿਓ ਔਰ 4.5 ਸਾਲ ਬਾਅਦ ਕਹਿ ਦਿਓ ਕਿ ਨਹੀਂ ਇਹਦੇ ਦੀਸ ਦੀ ਰੀਜ਼ਨ ਇੰਨਾ ਲੋਨ ਨਹੀਂ, ਇੰਨਾ ਲੋਨ ਮਾਫ ਆ, ਅਸੀਂ ਇਸ ਕੰਮ 'ਚ ਨਾ ਵਿਸ਼ਵਾਸ ਕੀਤਾ ਨਾ ਕਰਾਂਗੇ। ਇਸ ਲਈ ਰੋਡ ਮੈਪ ਦਿੱਤਾ ਕਿ ਦੂਜੇ ਮਹੀਨੇ, ਤੀਜੇ ਮਹੀਨੇ, ਚੌਥੇ ਮਹੀਨੇ, 6ਵੇਂ ਮਹੀਨੇ ਕੀ ਕਿਵੇਂ ਹੋਊਗਾ। ਜੇ ਨਹੀਂ ਹੋਇਆ ਤਾਂ ਤੁਸੀਂ ਅਸਤੀਫਾ ਦਿਓਗੇ। ਤੁਸੀਂ ਅਸਤੀਫਾ ਨਹੀਂ ਦਿੱਤਾ ਤਾਂ ਅਸੀਂ ਭਾਈ ਤੁਹਾਡਾ ਜੀਣਾ ਹਰਾਮ ਕਰਾਂਗੇ। ਅਸੀਂ ਮੀਨ ਸਾਰਾ ਪੰਜਾਬ, ਸਾਰੇ ਲੋਕ ਅਸੀਂ ਸਾਰੇ ਖੜੇ ਹੋਵਾਂਗੇ। ਸੋ ਹੁਣ ਉਹ ਪੋਸੀਬਲ ਹੀ ਨਹੀਂਗਾ ਕਿ ਅਸੀਂ ਫਿਰ ਕਹਿ ਦਈਏ ਕਿ 5 ਸਾਲ ਤੱਕ ਇਹੋ ਜੀ ਸਰਕਾਰ ਚੱਲਦੀ ਰਹੇ। ਬਲੀਵ ਕਰਿਓ, ਜੇ ਆਪਾਂ ਸਾਰੇ ਇਸੇ ਪੰਜਾਬ ਦੇ ਰਹਿਣ ਵਾਲੇ ਹਾਂ, ਸਾਡੇ ਕੋਲੇ ਕੁਝ ਨਹੀਂ ਬਚਿਆ ਲੁਟਾਉਣ ਲਈ। ਸਾਡੀ ਜਨਰੇਸ਼ਨ ਵੀ ਬਾਹਰ ਤੁਰ ਜੂ, ਸਾਡਾ ਧਰਤੀ ਹੇਠਲਾ ਪਾਣੀ ਵੀ ਖਤਮ ਹੋ ਜੂ। ਸੱਤਿਆਨਾਸ਼ ਕਰ ਚੁੱਕੇ ਹੈ। ਮੈਨੂੰ ਇਹ ਦੱਸੋ, ਇਹ ਰਵਾਇਤੀ ਪਾਰਟੀਆਂ ਕਿਹੜੇ ਮੂੰਹ ਨਾਲ ਵੋਟ ਮੰਗਦੀਆਂ ਨੇ? 85 ਦੇ ਵਿੱਚ ਅਸੀਂ ਸਰਪਲਸ ਸੀ, ਮਤਲਬ ਅਸੀਂ ਘਾਟੇ 'ਚ ਨਹੀਂ ਸੀ। 4.5 ਲੱਖ ਕਰੋੜ ਦਾ ਕਰਜ਼ਾ ਅਗਰ ਆਇਆ ਇਹਨਾਂ ਸਾਲਾਂ 'ਚ, ਇਹਨਾਂ ਦੀ ਦੇਣ ਹੈ। ਇਹ ਕਿਹੜੇ ਮੂੰਹ ਨਾਲ ਵੋਟਾਂ ਮੰਗ ਰਹੇ ਨੇ ਆ ਕੇ? ਕਿਤੇ ਉਹਦਾ ਜਵਾਬ ਦਿੰਦੇ ਨੇ? ਕੋਈ ਨਹੀਂ ਬੋਲਦਾ ਉਹਦੇ ਬਾਰੇ। ਪਰ ਤੁਸੀਂ ਪੁੱਛਣਾ ਸ਼ੁਰੂ ਕਰ ਲਿਆ। ਹੁਣ ਅਸੀਂ ਚਲੋ ਉਹ ਲੈਕਚਰ ਤਾਂ ਹੁੰਦੇ ਰਹਿੰਦੇ ਨੇ, ਸਪੀਚਾਂ, ਕਾਇਦੇ ਦੀ ਗੱਲ ਕਰ ਲਈਏ। ਅੱਜ ਅਸੀਂ ਤੁਹਾਡੇ ਰਾਹੀਂ ਸੰਯੁਕਤ ਸਮਾਜ ਮੋਰਚੇ ਨੂੰ ਵੀ ਔਰ ਜਿੰਨੀਆਂ ਜਥੇਬੰਦੀਆਂ ਬਾਕੀ ਨੇ, ਲੋਕ ਅਧਿਕਾਰ ਲਹਿਰ, ਬਾਕੀ ਸਾਰੇ ਪ੍ਰਾਈਵੇਟ ਇੰਡੀਵਿਜੂਅਲ ਵੀ ਤੇ ਬਾਕੀ ਜਥੇਬੰਦੀਆਂ ਵੀ, ਅਸੀਂ ਉਹਨਾਂ ਨੂੰ ਇੱਕ ਬੇਨਤੀ ਕਰਨ ਲਈ ਸਪੈਸ਼ਲੀ ਤੁਹਾਨੂੰ ਤਕਲੀਫ ਦਿੱਤੀ ਹੈ। ਬੇਨਤੀ ਇਹ ਹੈ ਕਿ ਜੇ ਤੁਹਾਡਾ ਏਜੰਡਾ ਇੱਕ ਹੈ ਤਾਂ ਫਿਰ ਝੰਡਾ ਇੱਕ ਕਿਉਂ ਨਹੀਂਗਾ? ਜੇ ਤੁਸੀਂ ਏਜੰਡੇ ਨਾਲ ਸਹਿਮਤ ਹੋ ਕਿ ਪੰਜਾਬ ਐ ਬਚ ਸਕਦਾ ਹੈ, ਬਚ ਹੀ ਨਹੀਂ ਸਕਦਾ, ਬਲਕਿ ਅਸੀਂ ਇਹਨੂੰ ਫਿਰ ਤੋਂ ਨੰਬਰ 1 ਸਟੇਟ ਬਣਾ ਸਕਦੇ ਹਾਂ, ਤਾਂ ਫਿਰ ਤੁਸੀਂ ਇੱਕ ਥਾਂ ਤੇ ਇਕੱਠੇ ਕਿਉਂ ਨਹੀਂ ਹੁੰਦੇ? ਜੇ ਹੋ ਰਹੇ ਹੋ ਤਾਂ ਵੈਰੀ ਗੁੱਡ, ਜੇ ਨਹੀਂ ਹੋ ਰਹੇ ਤਾਂ ਤੁਹਾਨੂੰ ਹੋਣਾ ਪਊਗਾ। ਹੋਣਾ ਕਿਉਂ ਪਊਗਾ? ਕਿਉਂਕਿ ਅਸੀਂ ਹੱਕ ਨਾਲ, ਆਪਦੇ ਹੱਕ ਨਾਲ, ਕਿਉਂਕਿ ਸਾਰੇ ਲੋਕ ਸਾਡੇ ਨਾਲ ਮਿਲ ਕੇ, ਅਸੀਂ ਕਿਸਾਨੀ ਅੰਦੋਲਨ 'ਚ ਵੀ ਸੀਗੇ, ਜਿੱਤਦੇ ਵੀ ਰਹੇ ਹਾਂ, ਜਿੱਤ ਕੇ ਆਏ ਵੀ ਹਾਂ ਉੱਥੋਂ, ਤਾਂ ਅਸੀਂ ਉਹਨਾਂ ਨੂੰ ਹੱਕ ਨਾਲ ਕਹਿ ਰਹੇ ਹਾਂ ਕਿ ਇਕੱਠੇ ਹੋਵੋ, ਇੱਕ ਪੰਜਾਬ ਮਾਡਲ ਬਣਾਵੋ ਜਿਹਦੇ ਨਾਲ ਅਸੀਂ ਪੰਜਾਬ ਨੂੰ ਬਦਲ ਸਕਦੇ ਹਾਂ। ਪਰ ਉਹ ਪੰਜਾਬ ਮਾਡਲ ਕਿਹੋ ਜਿਹਾ ਹੋਵੇ? ਅਸੀਂ ਇਹ ਕਹਿਣ ਲਈ ਤੁਹਾਨੂੰ ਬੁਲਾਇਆ ਹੈ, ਅਪੀਲ ਕਰਨ ਲਈ ਬੁਲਾਇਆ ਹੈ, ਜਿਹਦੇ ਵਿੱਚ ਇੱਕ ਉੱਤੇ ਕੁੰਡਾ ਹੋਵੇ। ਕੁੰਡਾ ਮਤਲਬ ਜਿਹੜੇ ਲੋਕ ਨਾਨ ਪੋਲੀਟੀਕਲ ਹੋਣ, ਜਿਹੜੇ ਲੋਕ ਹਿੱਸਾ ਨਾ ਬਣ ਪੋਲਿਟਿਕਸ ਦਾ, ਉਹ ਲੋਕਾਂ ਦੀ ਇੱਕ ਸਰਪ੍ਰਸਤੀ ਹੋਵੇ ਜਿਹਦੇ ਤੇ ਪੰਜਾਬ ਵਿਸ਼ਵਾਸ ਕਰਦਾ ਹੋਵੇ। ਉਹ ਸੰਤ ਸਮਾਜ 'ਚੋਂ ਵੀ ਹੋ ਸਕਦੇ ਨੇ, ਜਥੇਬੰਦੀਆਂ ਵੀ ਹੋ ਸਕਦੀਆਂ ਨੇ, ਉਹ ਤਰ੍ਹਾਂ ਦੇ ਲੋਕ ਨੇ ਜੋ ਪੰਜਾਬ ਲਈ ਕੁਝ ਕਰਦੇ ਰਹੇ ਨੇ ਜਾਂ ਕਰ ਰਹੇ ਨੇ, ਉਹ ਹੋਵੇ। ਔਰ ਥੱਲੇ ਸਾਰੇ ਇਹ ਇਕੱਠੇ ਹੋ ਜਾਣ ਪੰਜਾਬ ਜਿਹੜੇ ਹਤੈਸ਼ੀ ਨੇ, ਤਾਂ ਜੋ ਅਸੀਂ ਇੱਕ ਲਾਈਨ ਡਰਾ ਕਰ ਸਕੀਏ ਕਿ ਆ ਉਹ ਨੇ ਨਾਰਿਆਂ ਵਾਲੇ, ਆ ਉਹ ਨੇ ਜੋ ਮੁੱਦਿਆਂ ਵਾਲੇ, ਪਾਲਿਸੀਆਂ ਵਾਲੇ, ਜਿਹਦੇ ਨਾਲ ਪੰਜਾਬ ਬਚ ਸਕਦਾ ਹੈ। ਇਹ ਸਾਰੇ ਇਕੱਠੇ ਹੋਣ। ਇਕੱਠੇ ਹੋਣ ਲਈ ਆਪਦੀ ਈਗੋ, ਆਪਦਾ ਇਹ ਕਿ ਮੈਂ ਜ਼ਿਆਦਾ ਜਾਂ ਇਹ ਘੱਟ, ਉਹਨਾਂ ਗੱਲਾਂ ਤੋਂ ਨਿਕਲਣਾ ਪਊਗਾ। ਕਿਉਂਕਿ ਜੇ ਤੁਸੀਂ ਪੰਜਾਬ ਬਚਾਉਣ ਚਾਹੇ ਹੋ, ਪੰਜਾਬ ਨੂੰ ਨੰਬਰ 1 ਸਟੇਟ ਬਣਾਉਣ ਚਾਹੇ ਹੋ, ਤਾਂ ਫਿਰ ਸੀਟਾਂ ਕਿਹਦੀਆਂ ਕਿੰਨੀਆਂ, ਫਲਾਂ ਕਿੰਨਾ, ਖੈਰ ਅਸੀਂ ਨਾਨ ਪੋਲੀਟੀਕਲ ਬੰਦੇ ਆ, ਇਹ ਇਹਨਾਂ ਦਾ ਫੈਸਲਾ ਹੋਊਗਾ, ਬਟ ਇਕੱਠੇ ਹੋਣਾ ਪਊਗਾ। ਫਿਰ ਸਾਡੇ ਵਰਗੀ ਸੰਸਥਾ ਵੀ, ਜਿਹੜੇ ਹਮੇਸ਼ਾ ਹੀ, ਜੋ ਅਸੀਂ ਪਹਿਲੇ ਦਿਨ ਕਿਹਾ ਸੀ, ਅੱਜ ਵੀ ਉਸੇ ਤੇ ਕਾਇਮ ਹੈ, ਅਸੀਂ ਪੋਲਿਟਿਕਸ ਦਾ ਡਾਇਰੈਕਟ ਹਿੱਸਾ ਨਹੀਂ ਬਣਾਂਗੇ, ਪਰ ਪੋਲਿਟਿਕਸ ਨੂੰ ਪ੍ਰਭਾਵਿਤ ਕਰਾਂਗੇ। ਤਾਂ ਅਸੀਂ ਪ੍ਰਭਾਵਿਤ ਇਹ ਕਰ ਰਹੇ ਹਾਂ ਕਿ ਤੁਹਾਨੂੰ ਇਕੱਠਾ ਹੋਣਾ ਚਾਹੀਦਾ ਹੈ ਔਰ ਇੱਕ ਕੁੰਡਾ ਬਣਾਉਣਾ ਚਾਹੀਦਾ ਹੈ। ਮੈਂ ਥੋੜਾ ਜਿਹਾ, ਮੈਨੂੰ ਅੱਗੋਂ ਵੀ ਕਹੇ ਜਾ ਰਹੇ, ਪਿੱਛੇ ਪਲੀਜ਼ ਜ਼ਰਾ ਉਹ ਕੌਫੀ ਪੀਣ ਵਾਲੇ ਜਾਂ ਸਾਰੇ ਪਲੀਜ਼ ਜ਼ਰਾ ਆਪਣੇ ਮੁੰਡੇ ਜਾ ਕੇ ਕਹਿਣਗੇ ਕੋਈ ਜਣਾ ਪਿੱਛੇ, ਦੀਪਕ ਜੀ ਜ਼ਰਾ ਕਿਉਂ ਜੇ ਜ਼ਰਾ ਪਿੱਛੇ ਸ਼ਾਂਤੀ ਦਾ ਦਾਨ ਬਖਸ਼ ਦਿਓ ਯਾਰ, ਥੈਂਕ ਯੂ। ਤਾਂ ਬੱਬੂ ਆ ਗਏ ਪਿੱਛੇ, ਕੋਈ ਨਹੀਂ, ਉਹ ਸਾਡਾ ਮੌਲਾ ਮਸਤ ਬੰਦਾ ਆਪਦੇ ਹਿਸਾਬ ਨਾਲ ਆਊਗਾ ਜਦੋਂ ਜੀ ਕੀਤਾ। ਅਸਲ 'ਚ ਇਹਨੂੰ ਹੁਣ ਨਾ, ਮੈਂ ਕੀ ਕਹਿੰਦੇ ਹੁੰਦੇ ਆ, ਇਹਨੂੰ ਬਾਗੀ ਕਿਹਾ ਕਰਨਾ ਹਰ ਇੱਕ ਮਾਮਲੇ 'ਚ। ਬਾਗੀ ਤਾਂ ਇਹ ਪਹਿਲਾਂ ਤੋਂ ਸੀ, ਹੁਣ ਵੀ ਹੈ, ਔਰ ਰਹਿਣਾ ਵੀ ਚਾਹੀਦਾ। ਅੱਛਾ, ਮੈਂ ਜਿਹੜੀ ਗੱਲ ਨੂੰ ਕੰਟੀਨਿਊ ਕਰ ਰਿਹਾ ਸੀ ਕਿ ਇੱਕ ਕੁੰਡਾ ਬਣਾਇਆ ਜਾਵੇ, ਇੱਕ ਝੰਡਾ ਬਣਾਇਆ ਜਾਵੇ ਔਰ ਉਹਦੇ ਤੇ ਮਿਲ ਕੇ ਲੜ ਨਹੀਂ। ਫਿਰ ਜਿਹੜੀਆਂ ਸਾਡੇ ਵਰਗੀਆਂ ਸੰਸਥਾਵਾਂ ਨੇ ਨਾਨ ਪੋਲੀਟੀਕਲ, ਉਹ ਵੀ ਜ਼ਿਆਦਾ
खुल के इन्हां दी मदद कर सकणगियां, क्योंकि वो पंजाब मॉडल होगा उस लोग उम्मीदवार भी लोकां चों इमर्ज होण, लोकां चों निकल के आउण, लीडरशिप लोकां चों निकल के आवे, और जिहड़े मुद्दे बाकी ने वो भी असीं, क्योंकि अज बहुत फास्ट है जमाना, तुसीं ये ना कहो इलैक्शन दहलीज ते खड़ा है, आ 2 दिनां च तस्वीर बदल गई ना, जदों तो पंजाब नाल खड़न दी गल होई है तस्वीर बदल गई ना, अज फिजा बदल चुकी है। अज फिजा किधर नूं लेके जा रही है कि पंजाब नाल एक लाइन ड्रॉ हो रही है, ये पंजाब वाले ने बचाउण वाले ने ते पंजाब नूं अगे ले जाण वाले ने, ये नारियां वाले ने, और ये सानू स्पष्ट करना पऊगा। नारे मीन आ कर देंगे, ओ कर देंगे, कित्थों कर दोगे, कोई जवाब नहीं, सिर्फ भरमाउण दीयां गल्लां। एक है रोड मैप की गल, उस रोड मैप नूं सामने रख के, एजेंडे नूं सामने रख के, एक छतर छाया थले सारे जने कट्ठे होण, और कट्ठे होके पूरे पंजाब दे जिन्ने भी प्राइवेट इंडिविजुअल होण जां कोई संस्थावां होण, जो भी इस काम च लग्या होया वो एक थां ते आउण और कट्ठे होके एक नारा देण। दावे नाल आना मैं कि 4 दिनां दे विच तुहानूं क्लीयर हो जाऊगा कि कौन अगली सरकार बनाउण जा रहा है। साडी जिथों तक गल है, असी बाहर सी, बाहर हाँ और बाहर रवांगे। कोई भी बंदा साडे चों जाके इलैक्शन लड़ना चाहुंदा बाहर जावे, बाहर जाके उन्हां नाल खड़ा हो जाए, असी मदद कर देंगे जो एजेंडे दे नाल है, और उन्हां दा पूरा पंजाब मॉडल निकल के आ रहा था। असी ऐं सी ऐं रवांगे। उसदा एक कारण है, सिविल सोसाइटी प्रैशर ग्रुप की कर सकता है, ये असी दस रहे हैं तो अगे जाके दसांगे भी। हुण असी ऑलरेडी साढ़े कोई 2,500 तो 3,000 मैंबर बन चुके ने, और उन्हां दे विच जिवें मैं पहला सीपी ऑलरेडी मेरे नाल बैठे हुए ने, ये अंदोलन च भी नाल रहे सी, और इन्हां ने जिस दिन असी पहले दिन आके बैठे उस दिन भी नाल ही बैठे होना सी, पर क्योंकि इन्हां दे वालिद अंकल होरी इन्हां दे फादर साहब वो एडमिट सी, उन्हां दी सर्जरी सी, ये ड्यूटी भी बहुत जरूरी सी, वो निभाई। सो अज अगली कॉन्फ्रेंस च साडे नाल ने। इस तरह नाल 2,500 तो 3,000 बंदा होर रलिया है। एक असी होर मुद्दा उठा रहे हैं कि जिहड़ियां साडीआं लिमिट जमीनां दे अगेंस्ट लिमिट दित्ती जाती है, तकरीबन मैनूं लगदा साडे पिंडां दे विच हर कोई लै रिहा है, उत्थे एक बहुत वड्डी बेईमानी हो रही है। बेईमानी की हो रही है कि जमीन के अगेंस्ट लिमिट दी जाती है, नाल नाल ब्लैंक चैक्स जां वैसे लिख के चैक्स लै ले जाते हैं जिहड़े कि गैर कानूनी ने। असी अज थोड़े राही भी उन्होंने सारे लोगों को कह रहे हैं कि जिस जिस बैंक च जिन्हें भी चैक दिते जाके वापस ले लो, वापस ले लो। नहीं दिंदे तो सानू दस्सिओ जे, असी लैके देवांगे, और उन्होंने मैनेजर साहब नूं भी सारिਆਂ नूं कहांगे दे दिओ जे, वरना थोड़े ते ये 420 का केस होगा। इस मसले दे विच ऑलरेडी 2.5 साल तो हैप्पी मान हुरी काम कर रहे सी, ये साडे नाल जुड़े ने आके। अगे इस मामले दे विच हमेशा जूझदा पंजाब वालों लीड करनगे, कोई भी गल होगी ये असी इन्हां नूं अपॉइंट कीता उहदे वल्लों कि उहनूं संभालन। जिहड़ी भी असी अवेयरनैस फैलाउण लई हुण असी 15-16 जलंधर ते कपूरथला शुरू कर रहे हैं। जिथे भी जिन्ने भी बंदे सानू करोना काल दियां जो भी फॉर्मैलिटीज़ होणगियां इकट्ठे कर सकते हो, एक करके असी उन्हां दे विच मुद्दिआं दी गल करनी है, जाके पंजाब नूं बेहतर किवें कर सकते हैं। सिर्फ इस इलैक्शन तक नहीं, अगे तक सोशली पोलीटिकली, और एक जिहड़े नॉर्मल छोटियां छोटियां गल्लां हुंदियां ने उन्हां च वो असी अवेयरनैस शुरू कर रहे हैं और मीटिंग्स करांगे। पूरे पंजाब नूं असी 15 दिनां दे विच तकरीबन मीटिंगां कर लांगे हर जगह ते जाके। ਉਹਦੇ 'ਚ ਹੀ ਸਾਡੇ ਨਾਲ संत बाबा सेवा सिंह जी होरी जुड़े नाल, वो आने वाले ने पहुँच जाएंगे, बीमार सीगे बेचारे, लास्ट च हॉस्पिटल रुकना पिया। ऐं ही करनल साहब ने, बहुत सारे लोग ने जिहड़े जुड़ रहे ने साडे नाल, बहुत सारे सरगर्म मैंबर भी साडे इत्थे भी पहुँचे ने, आपदी थां ते काम भी कर रहे ने तां जो दस सकीए। हुण तुसीं एक होर गल लै लो, आ बाइबल कलां जदों शुरू होया सी, बरगाड़ी दे विच जो ज्यादती हुई, गोली चली, बंदे शहीद भी होए, पहली बार ये दोबारा गल चली सी ऐसे इलैक्शन तो कुछ दिन पहला, महीने पहला, तो मैनूं याद है मैं उदों कहा सी कि इस मसले का कोई हल नहीं करना इन्हां ने, ये मसले इलैक्शन दर इलैक्शन ऐं ही चलणगे। ऐं 84 दे विच होया, अज तक हो गया इंसाफ, उत्थे ही खड़ियां ने गल्लां
ਕਿਉਂਕਿ ਇਹ ਪੋਲੀਟੀਕਲ ਲੋਕ ਇਹਨਾਂ ਗੱਲਾਂ ਦਾ ਇਮੋਸ਼ਨਲ ਇਸ਼ੂ ਦਾ ਫਾਇਦਾ ਉਠਾਉਂਦੇ ਨੇ। ਉਹ ਵਿਚਾਰੀ ਫੈਮਿਲੀ ਉੱਥੇ ਬੈਠੀ ਹੋਈ ਹੈ, ਉਹ ਉਹਨਾਂ ਦਾ ਬੇਟਾ ਸੁਖਰਾਜ, ਉਹਦੇ ਵੀ ਫੋਨ ਆਏ ਅਸੀਂ ਉੱਥੇ ਵੀ ਜਾਵਾਂਗੇ 13 ਤਰੀਕ ਨੂੰ। ਇੱਥੇ ਵੀ ਬੈਠੇ ਹੈ, ਕੋਈ ਵੀ ਨਾਇਨਸਾਫੀ ਹੋਊਗੀ ਪੰਜਾਬ ਦੇ ਵਿੱਚ, ਕਿਸੇ ਵੀ ਤਬਕੇ ਨਾਲ ਹੋਊਗੀ, ਅਸੀਂ ਉਹਦੇ ਨਾਲ ਹੈ। ਔਰ ਜਿਹੜੇ ਅਸੀਂ ਏਜੰਡੇ ਔਰ ਇਹਦੀ ਡੰਡੇ ਦੀ ਗੱਲ ਕੀਤੀ ਹੈ, ਜਾਂ ਕਹਿ ਲਓ ਪੰਜਾਬ ਨੂੰ ਬਚਾਉਣ ਦੀ ਗੱਲ ਕੀਤੀ ਹੈ, ਉਹਦੇ 'ਚ ਵੀ ਪੰਜਾਬ ਨੂੰ ਰਿਪਰੈਜ਼ੈਂਟ ਕਰਦੀਆਂ ਸਾਰੇ ਵਰਗ, ਚਾਹੇ ਉਹ ਵਪਾਰੀ ਵਰਗ ਹੋਵੇ, ਹਿੰਦੂ ਭਾਈਚਾਰਾ ਹੋਵੇ, ਚਾਹੇ ਉਹ ਸਿੱਖ ਜਥੇਬੰਦੀਆਂ, ਸੰਤ ਸਮਾਜ ਹੋਵੇ, ਉਹ ਸਾਰਿਆਂ ਨੂੰ ਅਪੀਲ ਹੈ ਸਾਡੀ, ਇੱਕ ਥੱਲੇ ਆ ਜਾਓ, ਇੱਕ ਛਾਇਆ ਦੇ ਥੱਲੇ ਆ ਜਾਓ। ਇਲੈਕਸ਼ਨ ਲੜਨ ਵਾਲਿਆਂ ਨੂੰ ਇਲੈਕਸ਼ਨ ਲੜਨ ਦਿਓ, ਬਾਕੀ ਲੋਕ ਪਿੱਛੇ ਕੁੰਡਾ ਬਣ ਕੇ ਬੈਠਣ, ਜਿਹਦੇ 'ਚ ਅਸੀਂ ਵੀ ਸ਼ਾਮਲ ਹਾਂ, ਤਾਂ ਜੋ ਕੋਈ ਚੀਜ਼ ਥੋਥੋਂ ਵੋਟਾਂ ਲੈ ਕੇ ਬਣ ਕੇ ਫਿਰ 5 ਸਾਲਾਂ ਦਾ ਨਹੀਂ। ਡੈਮੋਕ੍ਰੇਸੀ ਇਹ ਨਹੀਂ ਹੁੰਦੀ, ਮੈਂ ਵਾਰ-ਵਾਰ ਕਹੂੰਗਾ। ਡੈਮੋਕ੍ਰੇਸੀ ਹਰ ਦਿਨ, ਹਰ ਮਹੀਨੇ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਨਾ, ਲੋਕਾਂ ਦਾ ਜਵਾਬ ਦੇਣਾ, ਔਰ ਉਹਨਾਂ ਦੀ ਜ਼ਿੰਦਗੀ ਬਿਹਤਰ ਹੋ ਸਕੇ ਉਹਦੇ ਲਈ ਕੰਮ ਕਰਨਾ ਹੁੰਦੀ ਹੈ। ਇਹਨੂੰ ਡੈਮੋਕ੍ਰੇਸੀ ਆਂਦੇ ਆ। ਇਹ ਨਹੀਂ ਕਿ ਇਲੈਕਸ਼ਨਾਂ 'ਚ ਭੱਜ ਨੱਠ, ਇੱਧਰੋਂ ਟਪੂਸੀ ਉੱਧਰ, ਉੱਧਰੋਂ ਟਪੂਸੀ ਇੱਧਰ। ਮੇਰੀ ਤੁਹਾਨੂੰ ਵੀ ਤਾਕੀਦ ਹੈ, ਜੋ ਇਸ ਤਰ੍ਹਾਂ ਦੇ ਬੰਦੇ ਆ ਉਹਨਾਂ ਨੂੰ ਐਕਸਪੋਜ਼ ਕਰੋ, ਜੋ ਨਾਅਰਿਆਂ ਵਾਲੇ ਬੰਦੇ ਆ ਉਹਨਾਂ ਨੂੰ ਐਕਸਪੋਜ਼ ਕਰੋ, ਔਰ ਜੋ ਜੈਨੂਅਨ ਗੱਲਾਂ ਹੈ, ਕੋਈ ਵੀ ਪਾਰਟੀ ਬਣਦੀ ਹੈ, ਕੋਈ ਵੀ ਬੰਦਾ ਇੱਧਰੋਂ ਉੱਧਰ ਜਾਂਦਾ, ਉਹਨੂੰ ਪੁੱਛੋ ਕਿਸ ਏਜੰਡੇ ਦੇ ਤਹਿਤ ਜਾ ਰਿਹਾ, ਕਿਸ ਪਾਲਿਸੀ ਦੇ ਤਹਿਤ ਜਾ ਰਿਹਾ, ਕੀ ਪੰਜਾਬ ਨੂੰ ਬਚਾਉਣ ਦਾ ਤੇਰਾ ਵਿਜ਼ਨ ਹੈ। ਜੇ ਨਹੀਂ ਤਾਂ ਇਹ ਕਿਉਂ ਕਰ ਰਿਹਾ ਹੈ, ਇਹ ਸਾਡਾ ਬਹੁਤ ਜ਼ਰੂਰੀ ਹੈ। ਇਸ ਤੋਂ ਅੱਗੇ ਆਪਾਂ ਕੁਐਸਚਨ ਆਨਸਰ 'ਚ ਜਾਵਾਂਗੇ, ਕਿਉਂਕਿ ਬਹੁਤ ਸਾਰੀਆਂ ਗੱਲਾਂ ਸਾਡੇ ਬਾਰੇ ਵੀ ਬੋਲੀਆਂ ਗਈਆਂ, ਤੁਸੀਂ ਪੁੱਛਣੀਆਂ ਵੀ ਹੋਣਗੀਆਂ। ਪਰ ਮੈਂ ਸੀਪੀ ਹੋਰਾਂ ਨੂੰ ਕਹੂੰਗਾ, ਔਰ ਉਸ ਤੋਂ ਬਾਅਦ ਹੈਪੀ ਹੋਰਾਂ ਨੂੰ, ਕਿ ਆਪਦੇ ਵੱਲੋਂ 2-2 ਸ਼ਬਦ ਜ਼ਰੂਰ ਕਹਿਣ, ਫਿਰ ਅਸੀਂ ਕੁਐਸਚਨ ਆਨਸਰ ਦੇ ਵਿੱਚ ਜਾਂਦੇ ਹਾਂ। ਸੀਪੀ ਪਲੀਜ਼। ਓਕੇ, ਆ ਚੱਲਦਾ। ਸਭ ਤੋਂ ਪਹਿਲਾਂ ਮੇਰੇ ਵੱਲੋਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ, ਤੁਸੀਂ ਚੱਲ ਕੇ ਆਏ ਬੜੇ ਸ਼ਾਰਟ ਨੋਟਿਸ ਤੇ ਮੈਂ ਮਾਫੀ ਵੀ ਚਾਹੁੰਦਾ ਕਿ ਮੈਂ ਜਿਹੜੀ ਪਹਿਲਾਂ ਕਾਨਫਰੰਸ ਹੋਈ ਸੀ ਉਹਦੇ ਵਿੱਚ ਹੈ ਨਹੀਂ ਸੀ। ਜਿੱਦਾਂ ਬਾਈ ਨੇ ਦੱਸਿਆ ਕਿ ਮੇਰੇ ਫਾਦਰ ਸਾਹਿਬ ਬਿਮਾਰ ਸੀ, ਔਰ ਉਹ ਜਿਹੜੀ ਜ਼ਰੂਰੀ ਡਿਊਟੀ ਸੀ, ਮੈਂ ਜੋ ਬਾਈ ਹੁਣੀ ਬੋਲ ਰਹੇ ਸੀਗੇ, ਮੈਂ ਇੱਕ ਚੀਜ਼ ਨੋਟ ਕੀਤੀ ਹੈ। ਜਿਸ ਦਿਨ ਤੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ, ਜਿਸ ਦਿਨ ਜਿੱਤ ਹੋਈ ਸੀ, ਉਸ ਦਿਨ ਮੈਨੂੰ ਦੈਨਿਕ ਸਵੇਰਾ ਤੋਂ ਫੋਨ ਆਇਆ ਸੀਗਾ, ਤੇ ਸੱਚਾਈ ਦੱਸਦਾ ਕਿ ਮੈਂ ਉਸ ਦਿਨ ਰੋਇਆ। ਮੇਰੇ ਤੋਂ ਫੋਨ ਤੇ ਗੱਲ ਨਹੀਂ ਕਰ ਹੋਈ, ਮੈਂ ਆਪਦੇ ਘਰੇ ਬੈਡਰੂਮ 'ਚ ਬੈਠਾ ਹੋਇਆ ਸੀ ਜਦੋਂ ਮੈਨੂੰ ਖੁਸ਼ੀ ਦੀ ਨਿਊਜ਼ ਮਿਲੀ, ਕਿਉਂਕਿ ਅਸੀਂ ਇਮੋਸ਼ਨਲੀ ਇਸ ਦਿਲ ਤੋਂ ਪੰਜਾਬ ਨਾਲ ਜੁੜੇ ਹੋਏ ਆ, ਕਿਸਾਨੀ ਨਾਲ ਜੁੜੇ ਹੋਏ ਆ, ਤੁਹਾਡੇ ਨਾਲ ਜੁੜੇ ਹੋਏ ਆ। ਤੇ ਮੈਂ ਬਾਈ ਹੋਰਾਂ ਅੱਗੇ ਇੱਕ ਚੀਜ਼ ਇਹ ਵੀ ਕਹੂੰਗਾ ਕਿ ਜਿਹੜਾ ਮੀਡੀਆ ਹੈ, ਇਹ ਕੋਈ ਪੰਜਾਬੀ 'ਚ ਕਹਿੰਦੇ ਇੱਕ ਹਵਾ ਛਕਾਉਣ ਵਾਲੀ ਗੱਲ ਨਹੀਂ ਹੈਗੀ। ਤੁਹਾਨੂੰ ਖੁਦ ਨੂੰ ਵੀ ਇਮਾਨਦਾਰੀ ਨਾਲ ਪਤਾ ਕਿ ਸਾਡਾ ਰਿਸ਼ਤਾ ਤੁਹਾਡੇ ਨਾਲ ਕਿੰਨਾ ਕੁ ਗੂੜਾ ਹੋ ਗਿਆ, ਇਸ ਅੰਦੋਲਨ ਦੇ ਚੱਲਦਿਆਂ ਸਾਡਾ ਕਿੰਨਾ ਪਿਆਰ ਤੁਹਾਡੇ ਨਾਲ ਬਣ ਗਿਆ, ਔਰ ਜਿਹੜੀ ਸਪੋਰਟ ਤੁਸੀਂ ਕੀਤੀ ਹੈ ਇਹਦੇ ਲਈ ਤੁਸੀਂ ਵਧਾਈ ਦੇ ਪਾਤਰ ਹੋ। ਔਰ ਮੈਂ ਬੇਨਤੀ ਕਰੂੰਗਾ ਕਿ ਤੁਸੀਂ ਵੀ ਸਾਡੇ ਜੂਝਦਾ ਪੰਜਾਬ ਨੂੰ ਜੁਆਇਨ ਕਰੋ। ਜੇ ਤੁਸੀਂ ਸਾਡੇ ਮੈਂਬਰ ਹੋਵੋਗੇ, ਸਾਡੇ ਭਰਾ ਹੋਵੋਗੇ, ਤਾਂ ਸਾਨੂੰ ਜਿਹੜਾ ਆਪਾਂ ਸੋਚਿਆ ਆ, ਇਹ ਪੰਜਾਬ ਇਕੱਲਾ ਸਾਡਾ ਨਹੀਂ, ਇਹ ਤੁਹਾਡਾ ਵੀ ਹੈ। ਸਾਡੇ ਬੱਚਿਆਂ ਦਾ ਭਵਿੱਖ ਆ ਆਉਣ ਵਾਲੇ ਸਮੇਂ ਵਿੱਚ, ਜਿਹੜੇ ਸਾਡਾ ਯੂਥ ਜਿਹੜਾ ਬਾਹਰ ਚਲਿਆ ਜਾ ਰਿਹਾ ਹੈ। ਸੋ ਮੈਂ ਸਾਰੇ ਪ੍ਰੈਸ ਨੂੰ ਬੇਨਤੀ ਕਰੂੰਗਾ, ਜਿਵੇਂ ਕਈ ਵਾਰੀ ਆਪਾਂ ਗੱਲ ਕਰਦੇ ਹਾਂ, ਕਈ ਬੰਦੇ ਨਾਰਮਲੀ ਗੱਲਾਂ ਦੇ ਲੱਗ ਜਾਂਦੇ ਨੇ, ਵੀ ਜਦੋਂ ਵੀ ਯੂਥ ਦਾ ਪੰਜਾਬ ਕੋਈ ਵੀ ਪ੍ਰੈਸ ਕਾਨਫਰੰਸ ਕਰੂਗਾ ਤਾਂ ਤੁਸੀਂ ਇਹ ਸਮਝ ਲਓ ਕਿ ਤੁਹਾਡੇ ਛੋਟੇ ਭਰਾਵਾਂ ਨੇ ਤੁਹਾਡੀ ਮਦਦ ਮੰਗੀ ਹੈ, ਤੇ ਪਹਿਲੀ ਆਵਾਜ਼ ਤੇ ਇਦਾਂ ਹੀ ਨਾਲ ਖੜਦੇ ਰਹੋ। ਔਰ ਜਦੋਂ ਪਿੱਛੇ ਗੱਲਬਾਤ ਚੱਲਦੀ ਹੈ, ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਕੋਈ ਐਸਾ ਮੁੱਦਾ ਹੋਇਆ ਜਿਹਦੇ ਵਿੱਚ ਮੈਂ ਇੰਨਾ ਸੀਰੀਅਸ ਹੋ ਜਾਂਦਾ ਜਦੋਂ ਮੈਂ ਗੱਲ ਸੁਣਦਾ, ਤੇ ਮੈਂ ਇਹ ਜਿਹੜੀ ਸਾਰੀ ਫੀਲਿੰਗ ਆ ਤੁਹਾਡੇ ਵਿੱਚ ਵੀ ਦੇਖ ਰਿਹਾ ਹਾਂ। ਸਾਰੇ ਤੁਸੀਂ ਸੀਰੀਅਸ ਹੋ ਕੇ ਇਸ ਪ੍ਰੈਸ ਕਾਨਫਰੰਸ ਨੂੰ ਲੈਂਦੇ ਹੋ, ਕਿਉਂਕਿ ਜਿਹੜਾ ਇਹ ਜੂਝਦਾ ਪੰਜਾਬ ਬਣਿਆ ਹੈ, ਇਹ ਪੰਜਾਬ ਵਾਸਤੇ ਬਣਿਆ ਹੈ। ਸੋ ਮੈਂ ਤੁਹਾਡਾ ਦਿਲੋਂ ਥੈਂਕ ਯੂ ਕਰਦਾ ਕਿ ਇਸ ਜਿਹੜੀ ਸਾਡੀ ਜੋ ਵੀ ਅਸੀਂ ਜਿਹੜੀ ਮੈਂਬਰ ਬਣੇ ਆ ਜਿਸ ਐਸੋਸੀਏਸ਼ਨ ਦੇ, ਦਿਲ ਤੋਂ ਨਾਲ ਜੁੜਿਓ, ਦਿਲ ਤੋਂ ਸਪੋਰਟ ਕਰਿਓ, ਕਿਉਂਕਿ ਮੈਨੂੰ ਪਤਾ ਵੀ ਮੀਡੀਆ ਚੈਨਲ ਦੇ ਉੱਪਰ ਵੀ ਕਈ ਵਾਰੀ ਪਿੱਛੋਂ ਪ੍ਰੈਸ਼ਰ ਬਣ ਜਾਂਦਾ ਹੈ, ਮੈਂ ਦੇਖਿਆ ਹੈ। ਹੁਣ ਤੁਸੀਂ ਉਸ ਪ੍ਰੈਸ਼ਰ ਨੂੰ ਜ਼ਰੂਰ ਝੱਲ ਲਿਓ ਤੇ ਸੱਚਾਈ ਦਾ ਸਾਥ ਦਿਓ, ਕਿਉਂਕਿ ਜੇ ਮੈਂ ਜਾਂ ਸਾਡੇ ਹੋਰ ਜਿਹੜੇ ਆਰਟਿਸਟ ਭਰਾ ਇਸ ਜੁੜੇ, ਅਸੀਂ ਜੁੜਦਾ ਪੰਜਾਬ ਨਾਲ, ਸਾਨੂੰ ਪਤਾ ਸਾਨੂੰ ਵੀ ਪ੍ਰੋਬਲਮ ਆਉਣੀਆਂ ਨੇ, ਸਾਨੂੰ ਵੀ ਤੰਗ ਕਰਨਾ ਇਹਨਾਂ ਨੇ, ਤੇ ਪਰ ਸੱਚਾਈ ਆ ਜੋ ਬਾਈ ਉਹਨੇ ਦੱਸਿਆ ਕਿ ਵਾਅਦੇ ਹੀ ਹੋਏ ਨੇ, ਕੰਮ ਅੱਜ ਤੱਕ ਕਦੇ ਕਿਸੇ ਨੇ ਨਹੀਂ ਕੀਤਾ। ਹੁਣ ਤੁਸੀਂ ਵੀ ਇਹਨਾਂ ਦੇ ਹਲਕ ਦੇ ਵਿੱਚ ਡੰਡਾ ਦਿਓ, ਜਦੋਂ ਵੀ ਤੁਹਾਨੂੰ ਕੋਈ ਲੀਡਰ ਮਿਲਦਾ, ਤੇ ਮੈਂ ਇੱਕ ਬੇਨਤੀ ਕਰੂੰਗਾ ਕਿ ਜਦੋਂ ਵੀ ਕਿਤੇ ਉਹ ਉਦਘਾਟਨ ਕਰਦੇ ਨੇ, ਨੀਂਹ ਪੱਥਰ ਰੱਖੇ ਜਾਂਦੇ ਨੇ, ਜੇ ਲੋਕ ਉਹਨਾਂ ਤੋਂ ਐਫੀਡੈਵਿਟ ਨਹੀਂ ਮੰਗਦੇ ਤਾਂ ਤੁਸੀਂ ਉਹਨਾਂ ਤੋਂ ਇੱਕ ਸਟਾਂਪ ਤੇ
ਜਿਹੜਾ ਬੰਦਾ ਉਸ ਜਗ੍ਹਾ ਦੇ ਉੱਪਰ ਪੱਥਰ ਲਾ ਰਿਹਾ ਉਦੋਂ ਤੁਸੀਂ ਲਿਖਤੀ ਮੰਗਿਆ ਕਰੋ, ਕਿਉਂਕਿ ਲੋਕ ਤਾਂ ਡਰਦੇ ਨੇ, ਉਹਨਾਂ ਨੂੰ ਦਬਾਇਆ ਜਾਂਦਾ, ਉਹਨਾਂ ਤੇ ਪ੍ਰੈਸ਼ਰ ਪਾਇਆ ਜਾਂਦਾ, ਪਰ ਤੁਸੀਂ ਇਹ ਪਾਵਰ ਰੱਖਦੇ ਹੋ, ਰਾਈਟ ਬਾਈ? ਤੁਸੀਂ ਪਾਵਰ ਰੱਖਦੇ ਹੋ, ਤੁਸੀਂ ਕਿਆ ਕਰੋ ਬਾਈ ਜੀ, ਲਿਖਤੀ ਦੇ ਕੇ ਜਾਓ ਤਾਂ ਕਿ ਲੋਕਾਂ 'ਚ ਅਵੇਅਰਨੈਸ ਹੋਵੇ ਤੇ ਜਿਹੜਾ ਸਾਡਾ ਪੰਜਾਬ ਆ ਨਾ, ਜਿਹੜਾ ਡੁੱਬਦਾ ਜਾ ਰਿਹਾ, ਇਹ ਬਚ ਸਕੇ। ਇਹੀ ਮੇਰੀ ਬੇਨਤੀ ਆ। ਬਾਕੀ ਜੋ ਵੀ ਹੋਊਗਾ, ਜੇ ਸਾਡੇ ਤੇ ਕੱਲ ਨੂੰ ਕੋਈ ਪ੍ਰੋਬਲਮ, ਕਿਉਂਕਿ ਇਹਨਾਂ ਦੀਆਂ ਕੋਸ਼ਿਸ਼ਾਂ ਰਹਿਣਗੀਆਂ, ਪਰ ਸਾਨੂੰ ਕੋਈ ਪਰਵਾਹ ਨਹੀਂ। ਔਰ ਜਿਹੜੇ ਬੰਦੇ ਅਸੀਂ ਇੱਥੇ ਬੈਠੇ ਆ, ਸਾਨੂੰ ਕੋਈ ਕੁਰਸੀ ਦਾ ਲਾਲਚ ਨਹੀਂ, ਪਰ ਜਿਹੜੇ ਝੂਠੇ ਵਾਅਦੇ ਕਰਕੇ ਪਿੰਡਾਂ 'ਚ ਇਹ ਆ ਕੇ ਚਲੇ ਜਾਂਦੇ ਨੇ, ਅਸੀਂ ਉਹਨਾਂ ਦੇ ਸਖਤ ਖਿਲਾਫ ਹਾਂ। ਔਰ ਜਿਵੇਂ ਬਾਈ ਉਹਨਾਂ ਨੇ ਕਿਹਾ ਕਿ ਜਿਹੜੀ ਵੀ ਕਮਿਟਮੈਂਟ ਕੋਈ ਵੀ ਲੀਡਰ, ਕੋਈ ਵੀ ਸੰਸਥਾ ਆ ਕੇ ਕਰਕੇ ਜਾਂਦੀ ਹੈ, ਉਹਨੂੰ ਰਿਟਨ ਦੇ ਵਿੱਚ ਦਿੱਤਾ ਜਾਵੇ। ਔਰ ਮੈਂ ਤੁਹਾਨੂੰ ਬੇਨਤੀ ਕਰਦਾ, ਜਦੋਂ ਅਸੀਂ ਉੱਥੇ ਜਾਂਦੇ ਤਾਂ ਤੁਸੀਂ ਰਿਟਨ ਦੇ ਵਿੱਚ ਜ਼ਰੂਰ ਮੰਗਿਓ। ਥੈਂਕ ਯੂ ਸੋ ਮਚ। ਬਾਕੀ ਜਿਹੜਾ ਵੀ ਤੁਹਾਡਾ ਕੁਐਸਚਨ ਹੋਊਗਾ, ਅਸੀਂ ਇੱਥੇ ਹਾਜ਼ਰ ਹਾਂ। ਥੈਂਕ ਯੂ। ਦੇਖੋ, ਸੰਯੁਕਤ ਸਮਾਜ ਵਾਲੇ ਸਾਡੇ ਨਾਲ ਹੀ ਸੀ, ਅਸੀਂ ਇਕੱਠਿਆਂ ਨੇ ਅੰਦੋਲਨ ਲੜਿਆ ਔਰ ਸਾਨੂੰ ਹਰ ਰੋਜ਼ ਮਿਲਣ ਮਿਲਾਉਣ ਵਾਲੇ ਬੰਦੇ ਨੇ। ਬਟ ਸੰਸਥਾ ਦੇ ਲੈਵਲ ਤੇ ਉਹ ਵੋਟ ਪੋਲਿਟਿਕਸ 'ਚ ਡਾਇਰੈਕਟ ਇਨਵੋਲਵ ਹੋਏ ਨੇ, ਅਸੀਂ ਨਹੀਂ ਗਏ। ਸੋ ਇਹ ਰਲੇਵਾਂ ਬਿਲਕੁਲ ਨਹੀਂ ਗਾ, ਬਟ ਅਸੀਂ ਉਹਨਾਂ ਦੀ ਸਪੋਰਟ ਕਰਦੇ ਹਾਂ ਕਿਉਂਕਿ ਉਹਨਾਂ ਨੇ ਸਾਡਾ ਏਜੰਡਾ ਮੰਨਿਆ। ਪਰ ਇਹ ਸਪੋਰਟ ਸਾਡੀ ਇੱਥੋਂ ਤੱਕ ਹੀ ਹੈ ਹਜੇ। ਜੇ ਕੱਲ ਨੂੰ ਉਹ ਕਿਸੇ ਪੰਜਾਬ ਮਾਡਲ ਨੂੰ ਅਪਣਾਉਂਦੇ ਨੇ, ਜਿਹੜਾ ਕਿ ਮੈਂ ਹੁਣੇ ਸਾਰਾ ਕੁਝ ਬੋਲ ਕੇ ਹਟਿਆ ਪਹਿਲਾਂ, ਤਾਂ ਫਿਰ ਅਸੀਂ ਇਸ ਤੋਂ ਜ਼ਿਆਦਾ ਮਦਦ ਵੀ ਕਰ ਸਕਦੇ ਹਾਂ। ਪਰ ਸਾਡਾ ਇਲੈਕਸ਼ਨ ਲੜਨ ਦਾ, ਜੂਝਦਾ ਪੰਜਾਬ ਦਾ ਜਾਂ ਕੁਝ ਵੀ ਹੋਰ ਕਰਨ ਦਾ ਕੋਈ ਇਰਾਦਾ ਨਾ ਪਹਿਲਾਂ ਸੀ, ਨਾ ਹੁਣ, ਨਾ ਅੱਗੇ ਹੋਊਗਾ। ਜੇ ਕੋਈ ਪ੍ਰਾਈਵੇਟ ਇੰਡੀਵਿਜੂਅਲ ਇਲੈਕਸ਼ਨ 'ਚ ਇੰਟਰਸਟਡ ਹੁੰਦਾ ਹੈ ਜਾਂ ਕੁਝ ਲੱਗਦਾ ਹੈ ਤਾਂ ਉਹ ਜੂਝਦਾ ਪੰਜਾਬ ਤੋਂ ਬਾਹਰ ਜਾ ਕੇ ਜਾ ਸਕਦਾ ਹੈ, ਕੋਈ ਮਸਲਾ ਨਹੀਂ ਉਹਦੇ 'ਚ। ਕਿਉਂਕਿ ਪੋਲਿਟਿਕਸ ਜਾਂ ਵੋਟ ਪੋਲਿਟਿਕਸ 'ਚ ਜਾਣਾ ਕੋਈ ਬਹੁਤ ਮਾੜੀ ਚੀਜ਼ ਹੈ, ਇਹ ਬਿਲਕੁਲ ਨਹੀਂ ਮੰਨਦੇ ਅਸੀਂ। ਪਰ ਆਪਦਾ ਖੇਤਰ ਹੈ, ਉੱਥੇ ਰਹਿ ਕੇ ਕੰਮ ਕਰੋ। ਉਹਨਾਂ ਨੇ ਸਾਨੂੰ ਇੱਜ਼ਤ ਦਿੱਤੀ ਹੈ, ਅਸੀਂ ਉਸ ਇੱਜ਼ਤ ਨੂੰ ਐਕਸੈਪਟ ਕਰਦੇ ਹਾਂ। ਉਹਨਾਂ ਨੇ ਸਾਡੇ ਏਜੰਡੇ ਨੂੰ ਮੰਨਿਆ ਹੈ, ਅਸੀਂ ਉਹਨਾਂ ਨੂੰ ਮਿਹਰਬਾਨੀ ਕਹਿੰਦੇ ਹਾਂ, ਥੈਂਕ ਯੂ ਕਹਿੰਦੇ ਹਾਂ। ਔਰ ਲੱਗਦਾ ਹੈ ਕਿ ਤੁਸੀਂ ਪੰਜਾਬ ਨਾਲ ਹੋ। ਉਹਦੇ ਇਲਾਵਾ ਉਹ ਸਾਡੀ ਕੋਈ ਰਾਏ ਲੈਣੀ ਚਾਹਣਗੇ ਸਪੈਸ਼ਲ ਇਨਵਾਈਟੀ ਦੇ ਤੌਰ ਤੇ, ਜਾਂ ਸਾਥੋਂ ਕਿ ਫਰਦਰ ਆਪ ਮੰਗਾਂ ਬਾਰੇ ਦੱਸੋ, ਪਾਲੀਏ ਵਿੱਚ ਅਸੀਂ ਰਾਏ ਜ਼ਰੂਰ ਦੇ ਦਿਆਂਗੇ, ਪਰ ਅਸੀਂ ਡਾਇਰੈਕਟ ਇਨਵੋਲਵ ਨਹੀਂ ਹੋ ਸਕਦੇ। ਸਭ ਤੋਂ ਵੱਡੀ ਜ਼ਿੰਮੇਵਾਰੀ ਤਾਂ ਇਹੀ ਦੇਤੀ ਨਾ ਉਹਨਾਂ ਨੇ ਕਿ ਸਕਰੀਨਿੰਗ ਕਮੇਟੀ ਦੇ ਵਿੱਚ ਬਣਾ ਦਿੱਤਾ ਲੋਕ, ਤੇ ਇਸ ਤੋਂ ਇਲਾਵਾ ਜਿਹੜਾ ਉਹਨਾਂ ਦਾ ਪੱਤਰ ਹੈਗਾ ਨਹੀਂ, ਸਕਰੀਨਿੰਗ ਕਮੇਟੀ 'ਚ ਅਸੀਂ ਨਹੀਂ ਗਏ। ਉਹਨਾਂ ਨੇ ਮੈਨੀਫੈਸਟੋ ਵਾਲੀ ਕਮੇਟੀ ਸਾਡੇ 3 ਬੰਦਿਆਂ ਦੇ ਨਾਂ ਇਨਕਲੂਡਿੰਗ ਮੀ, ਹਮੀਦ ਜੀ ਤੇ ਦੀਪਕ ਜੀ ਦਾ ਨਾਂ ਪਾਇਆ। ਉਹਦੇ 'ਚ ਵੀ ਮੈਂ ਤੁਹਾਨੂੰ ਉਹਦਾ ਜਵਾਬ ਤਾਂ ਦਿੱਤਾ ਹੈ। ਸਕਰੀਨਿੰਗ ਕਮੇਟੀ 'ਚ ਉਹਨਾਂ ਨੇ ਨਾਂ ਨਹੀਂ ਕਿਹਾ ਗਾ, ਉਹਨਾਂ ਨੇ ਸਿਰਫ ਮੈਨੀਫੈਸਟੋ ਕਮੇਟੀ 'ਚ ਕਿਹਾ ਸੀ। ਸੋ ਅਸੀਂ ਆਪਦੀ ਹੋਂਦ ਦੇ ਨਾਲ ਕਾਇਮ ਹੈ ਔਰ ਸਾਡੀ ਉਹਨਾਂ ਨੂੰ ਸਪੋਰਟ ਵੀ ਹੈਗੀ, ਬਟ ਉਹ ਸਪੋਰਟ ਇੱਥੋਂ ਤੱਕ ਹੀ ਹੈ। ਇਸ ਤੋਂ ਅਗਲੀ ਸਪੋਰਟ ਉਦੋਂ ਬਣੂਗੀ ਜਦੋਂ ਇੱਕ ਪੂਰੇ ਪੰਜਾਬ ਮਾਡਲ ਦੇ ਵਿੱਚ ਆਉਣਗੇ, ਜਦੋਂ ਸਾਰਿਆਂ ਨੂੰ ਨਾਲ ਲੈਣਗੇ, ਇੱਕ ਕੁੰਡੇ ਨੂੰ ਮੰਨਣਗੇ ਔਰ ਏਜੰਡੇ ਨੂੰ ਲਿਖ ਕੇ ਪਬਲਿਕਲੀ ਐਕਸੈਪਟ ਕਰਕੇ। ਔਰ ਮੈਨੂੰ ਲੱਗਦਾ ਫਿਰ ਪੰਜਾਬ ਦਾ ਬੱਚਾ ਉਹਨਾਂ ਨਾਲ ਖੜ ਜੂਗਾ, ਇਹ 'ਚ ਕੋਈ ਸ਼ੱਕ ਹੀ ਨਹੀਂ। ਔਰ ਮੈਂ ਜਿੰਨਾ ਕੁ ਉਹਨਾਂ ਨੂੰ ਜਾਣਦਾ ਹਾਂ, ਸਾਰੇ ਲੋਕਾਂ ਨੂੰ, ਇਹ ਚੀਜ਼ ਵੀ ਅਗਲੇ 1-2 ਦਿਨਾਂ ਦੇ ਵਿੱਚ ਮੈਨੂੰ ਲੱਗਦਾ ਸ਼ਾਇਦ ਹੋ ਵੀ ਜਾਊਗੀ। ਵਾਰੀ ਬਾਈ ਜੀ। ਹਾਂਜੀ, ਕਿ ਜਿੰਨੀਆਂ ਪ੍ਰਮੁੱਖ ਕਿਸਾਨ ਜਥੇਬੰਦੀਆਂ ਨੇ, ਪ੍ਰਮੁੱਖ ਦੀ ਗੱਲ ਕਰ ਰਿਹਾ ਮੈਂ, ਕਿੱਥੇ ਮੋਸਟਲੀ ਉਹ ਸੰਯੁਕਤ ਮੋਰਚੇ ਤੋਂ, ਸਮਾਜ ਤੋਂ ਬਾਹਰ, ਠੀਕ ਹੈ, ਜਿਨ੍ਹਾਂ ਦਾ ਤੁਸੀਂ ਵੀ ਜਾਣਦੇ ਹੋ, ਆਪਾਂ ਵੀ ਸਾਰੇ ਜਾਣਦਾ ਪੰਜਾਬ ਵੀ, ਉਹ ਬਿਲਕੁਲ ਬਾਹਰ ਨੇ। ਅੱਜ ਵੀ ਉਹਨਾਂ ਨੇ ਕਿਹਾ ਕਿ ਸਾਡੀ ਉਹਨਾਂ ਨਾਲ ਕਿਸੇ ਧਰਮ ਦੀ ਕੋਈ ਸਪੋਰਟ ਨਹੀਂ ਹੈ। ਵੀ ਜਦ ਅਜਿਹਾ ਕੁਝ ਹੋ ਜਾਏ ਤੇ ਕਿਸ ਤਰ੍ਹਾਂ ਲੱਗੂਗਾ ਕਿ ਅਸੀਂ ਸੰਯੁਕਤ ਮੋਰਚਾ ਅੱਗੇ ਵਧੂਗਾ, ਜਦ ਸਾਡੇ ਲੋਕ ਆਪ ਹੀ ਅੱਗੇ ਹੋਏ ਨੇ। ਇਸ ਤੋਂ ਤਾਂ ਤੁਸੀਂ ਮੰਨੋਗੇ ਕਿ 32 ਦੀ ਥਾਂ ਤੋਂ 22 ਆ ਗਏ, 22 ਦੇ ਵਿੱਚੋਂ ਵੀ ਬਹੁਤ ਸਾਰੇ ਖਿਸਕ ਗਏ। ਤੇ ਹੁਣ ਕਿ ਮੈਂ ਇੱਕ ਨਾਲੇ ਸਵਾਰੇ ਜੋੜ ਲਿਆ ਕਿ ਹੁਣ ਆਗੂ ਨਹੀਂ, ਫਿਰ ਕੋਈ ਚੀਜ਼ ਹੋ ਗਈ, ਆਗੂ ਦੀ ਤਾਂ ਗੱਲ ਕਰੇ, ਹੁਣ ਵੀ ਸੀਐਮ ਚਿਹਰਾ ਹੀ ਅੱਗੇ ਲੈ ਕੇ ਆ ਰਹੇ ਨੇ ਨਾ। ਹਾਂਜੀ, ਇਹਦੇ 2 ਜਵਾਬ ਨੇ ਜੋ ਔਜਲਾ ਸਾਹਿਬ ਨੇ ਪੁੱਛਿਆ, ਔਰ ਬੜਾ ਜੈਨੂਨ ਸਵਾਲ ਹੈ। ਅਸੀਂ ਵੀ ਬਾਹਰ ਵਾਲੇ ਹਾਂ, ਸਿਰਫ ਉਹ ਬਾਕੀ ਜਥੇਬੰਦੀਆਂ ਨਹੀਂ, ਅਸੀਂ ਵੀ ਬਾਹਰ ਵਾਲੇ ਹੀ ਹਾਂ ਔਰ ਅਸੀਂ ਬਾਹਰ ਹੀ ਖੜੇ ਹੋਏ ਹਾਂ। ਔਰ ਉਹਨਾਂ ਨੇ ਏਜੰਡਾ ਮੰਨ ਲਿਆ, ਇਸ ਲਈ ਅਸੀਂ ਉਹਨਾਂ ਕੁ ਸਹਿਮਤ ਹੋ ਗਏ ਉਹਨਾਂ ਨਾਲ। ਜਿਹੜੇ ਪੰਜਾਬ ਮਾਡਲ ਦੀ ਗੱਲ ਹੋ ਰਹੀ ਹੈ, ਉਹਦੇ ਨਾਲ ਕੋਈ ਵੀ ਬੰਦਾ ਵਿਰੋਧ ਨਹੀਂ ਕਰੂਗਾ। ਮੈਨੂੰ ਦੱਸੋ, ਪੰਜਾਬ ਦੀ ਸਥਿਤੀ ਬੈਟਰ ਹੋ ਜੇ ਔਰ ਹਰ ਚੀਜ਼ ਦਾ ਇੱਕ ਰੋਡ ਮੈਪ ਦੇ ਦਿੱਤਾ ਜਾਵੇ ਕਿ ਹੈਲਥ, ਐਜੂਕੇਸ਼ਨ, ਰੈਵਨਿਊ, ਐਡਮਿਨਿਸਟ੍ਰੇਸ਼ਨ, ਕਲੀਨਨੈਸ, ਔਰ ਜਿਹੜੇ ਬਿੱਲ ਲੈ ਕੇ ਆਉਣੇ ਨੇ ਉਹ ਸੈਂਟਰ ਤੇ ਜਿਹੜਾ ਦਬਾਅ ਪਾਉਣਾ, ਉਹ ਜੇ ਉਹ ਗੱਲਾਂ ਕਲੀਅਰ ਹੋ ਜਾਣ ਤਾਂ ਮੈਨੂੰ ਦੱਸੋ ਕਿਹੜਾ ਬੰਦਾ ਕਹੂਗਾ ਕਿ ਅਸੀਂ ਇਹਨਾਂ ਦੇ ਵਿਰੋਧ 'ਚ। ਇਸ ਤੋਂ ਇਲਾਵਾ ਉਮੀਦਵਾਰ ਕਿਵੇਂ ਚੁਣੇ ਜਾਣਗੇ, ਉਹ 'ਚ ਕੋਈ ਪੈਸਾ ਇਨਵੋਲਵ ਨਾ ਹੋਵੇ, ਉਹ 'ਚ ਕੋਈ ਉਹਦਾ ਬਾਹਲਾ ਨਾਮ ਹੀ ਇਨਵੋਲਵ ਨਾ ਹੋਵੇ, ਉਹ ਵੀ ਲੋਕਾਂ 'ਚੋਂ ਇਮਰਜ ਹੋਣ, ਲੀਡਰ ਵੀ ਲੋਕਾਂ 'ਚੋਂ ਨਿਕਲ, ਤਾਂ ਮੈਨੂੰ ਦੱਸੋ ਕਿਹੜਾ ਵਿਰੋਧ 'ਚ ਹੋਊ। ਅਸੀਂ ਵੀ ਉੱਥੇ ਹੀ ਖੜੇ ਹਾਂ, ਅਸੀਂ ਵੀ ਤਾਂ ਹੀ ਉਹਨਾਂ ਦੀ ਭਰਪੂਰ ਮਦਦ ਕਰਾਂਗੇ। ਉਹਨਾਂ ਚਿਰ ਨਹੀਂ
ਜਦੋਂ ਇਹ ਚੀਜ਼ਾਂ ਹੋ ਗਈਆਂ ਤਾਂ ਮੈਨੂੰ ਦੱਸੋ, ਜੇ ਆ 3-4 ਦਿਨਾਂ 'ਚ ਹੀ ਇੰਨੀਆਂ ਹੋ ਗਈਆਂ ਜਿੰਨੀਆਂ ਤੇ ਆਪਾਂ ਗੱਲ ਕਰ ਰਹੇ ਤਾਂ ਉਹ ਕਿੰਨੀ ਕੁ ਦੂਰ ਹੈ? ਮੈਨੂੰ ਲੱਗਦਾ ਉਹ ਵੀ ਹੋ ਜਾਊਗਾ। ਨਾ ਹੀ ਹੋਊਗਾ ਤਾਂ ਫਿਰ ਭਾਈ ਉਹ ਜ਼ਿੰਮੇਦਾਰ ਨੇ, ਅਸੀਂ ਤਾਂ ਇੱਥੇ ਹੀ ਖੜੇ ਹਾਂ ਵਾਰੀ-ਵਾਰੀ। ਹਾਂਜੀ, ਜਥੇਬੰਦੀਆਂ ਨੇ ਏਜੰਡਾ ਤੁਹਾਡਾ ਮੰਨ ਲਿਆ, ਤੁਸੀਂ ਮੈਨੀਫੈਸਟੋ 'ਚ ਮੈਂਬਰ ਦੇਤੇ ਨੇ, ਕੱਲ ਨੂੰ ਹੋਰ ਕੀ ਸਿਆਸੀ ਪਾਰਟੀ ਤੁਹਾਡਾ ਏਜੰਡਾ ਮੰਨ ਲੂਗੀ, ਤੁਸੀਂ ਮੈਂਬਰ ਦੋਗੇ ਉਹਨਾਂ ਨੂੰ? ਦੇਖੋ ਮੈਂ ਹੁਣੇ ਕਲੀਅਰ ਕੀਤਾ ਕਿ ਅਸੀਂ ਮੈਨੀਫੈਸਟੋ ਕਮੇਟੀ ਦੇ ਮੈਂਬਰ, ਉਹਨਾਂ ਨੇ ਰਿਸਪੈਕਟ ਦਿੱਤੀ ਹੈ, ਅਸੀਂ ਉਹਨਾਂ ਨੂੰ ਬੜੀ ਰਿਸਪੈਕਟ ਨਾਲ ਕਿਹਾ ਕਿ ਅਸੀਂ ਐ ਸਿੱਧੇ ਪਾਰਟਿਸਿਪੇਟ ਨਹੀਂ ਕਰ ਸਕਦੇ। ਇਹ ਰਿਕੁਐਸਟ ਉਹਨਾਂ ਦੀ ਅਸੀਂ ਇਹ ਕਹਿ ਕੇ ਇੱਜ਼ਤ ਨਾਲ ਕਹਿ ਰਹੇ ਕਿ ਅਸੀਂ ਇਹ ਡਾਇਰੈਕਟ ਨਹੀਂ ਹੋ ਸਕਦੇ, ਤੁਸੀਂ ਸਾਡੀ ਸਲਾਹ ਲੈਣ ਆਉਂਗੇ ਜਾਂ ਸਾਥੋਂ ਕਹੋਗੇ ਕਿ ਅਸੀਂ ਆਹ ਗੱਲਾਂ ਵੀ ਪਾ ਰਹੇ ਹਾਂ, ਪੰਜਾਬ ਬਿਹਤਰ ਹੋ ਸਕਦਾ, ਅਸੀਂ ਸਲਾਹ ਜ਼ਰੂਰ ਦੇ ਦਿਆਂਗੇ। ਸੋ ਅਸੀਂ ਐ ਡਾਇਰੈਕਟ ਇਨਵੋਲਵ ਨਹੀਂ ਹੋ ਸਕਦੇ। ਨਾਮ ਲਿਆ ਗਿਆ ਤੁਹਾਡੇ ਉਹ ਕੋਈ ਗੱਲ ਨਹੀਂ ਦੇਤਾ, ਉਹ ਦੋਸਤ ਨੇ, ਉਹ ਕੰਮ ਕਰਦੇ ਰਹੇ ਨੇ, ਅਸੀਂ ਕਿਸਾਨ ਅੰਦੋਲਨ 'ਚ ਰਲ ਕੇ ਕੰਮ ਕਰਦੇ ਰਹੇ, ਸਾਡੇ ਨਾਲ ਗੱਲ ਨਹੀਂ ਹੋਈ ਸੀ, ਬਟ ਅਸੀਂ ਕਲੀਅਰ ਕਰਤੀ ਹੈ ਇਹ ਗੱਲ ਉਹਨਾਂ ਨੂੰ, ਅੱਜ ਤੁਹਾਡੇ ਰਾਹੀਂ ਵੀ ਕਲੀਅਰ ਕਰਤੀ। ਸੰਯੁਕਤ ਸਮਾਜ ਮੋਰਚੇ ਦਾ ਜਿਹੜਾ ਮੈਨੀਫੈਸਟੋ ਬਣੇਗਾ, ਵਾਰੀ ਵਾਰੀ। ਜਿਹੜਾ ਸੰਯੁਕਤ ਸਮਾਜ ਮੋਰਚੇ ਦਾ ਮੈਨੀਫੈਸਟੋ ਬਣੇਗਾ, ਉਹ ਜਾਨੀ ਤੁਸੀਂ 3 ਲੋਕ ਨਹੀਂ ਬਣਾ ਰਹੇ, ਉਹ ਕੋਈ ਹੋਰ ਬਣਾ ਰਿਹਾ, ਤੁਹਾਡੀਆਂ ਗੱਲਾਂ ਜਿਹੜੀਆਂ ਮੰਨੀਆਂ ਜਾਂਦੀਆਂ ਉਹਨਾਂ ਨੂੰ ਐਡ ਕੀਤਾ ਜਾਊਗਾ, ਇਹਦਾ ਮਤਲਬ ਇਹ ਹੈ? ਬਿਲਕੁਲ, ਫਿਲਹਾਲ ਇਹੀ ਹੈ, ਪਰ ਕੱਲ ਨੂੰ ਜੇ ਕੋਈ ਪੰਜਾਬ ਮਾਡਲ ਬਣਦਾ ਹੈ ਤਾਂ ਉਹ 'ਚ ਤਾਂ ਹੋਰ ਬਹੁਤ ਸਾਰੇ ਲੋਕ ਵੀ ਹੋਣਗੇ। ਫਿਲਹਾਲ ਆਹੀ ਹੈ ਜੋ ਤੁਸੀਂ ਕਿਹਾ। ਗੱਲ ਹੋਈ ਆ ਕੋਈ ਹਲਫਨਾਮੇ ਲੈ ਕੇ ਕਿ ਕਿਹੜੀ ਪਾਰਟੀ ਤੁਹਾਨੂੰ ਕੋਈ ਹਲਫਨਾਮਾ? ਦੇਖੋ, ਜਿਨ੍ਹਾਂ ਨੇ ਸਾਡਾ ਏਜੰਡਾ ਕਬੂਲ ਕਰ ਰਿਹਾ ਉਹਨਾਂ ਨੂੰ ਅਸੀਂ ਅੱਜ ਤੁਹਾਡੇ ਰਾਹੀਂ ਵੀ ਤੇ ਪਰਸਨਲੀ ਵੀ ਇਹ ਕਹਿਤਾ ਹੈ ਕਿ ਇਹਦਾ ਫਰਦਰ ਸਟੈਪ ਇਹ ਹੈ ਕਿ ਇਹ ਲਿਖ ਕੇ ਵੀ ਦੇ ਦਿਓ, ਔਰ ਸਾਨੂੰ ਨਾ ਦਿਓ, ਲੋਕਾਂ ਨੂੰ ਦੇ ਦਿਓ, ਆਪਦੇ ਸੋਸ਼ਲ ਅਕਾਊਂਟਸ ਤੇ ਪਾ ਦਿਓ ਕਿ ਭਾਈ ਆ ਜੋ ਰੋਡ ਮੈਪ ਦਿੱਤਾ ਗਿਆ ਹੈ ਆ ਅਸੀਂ ਲਿਖ ਕੇ ਦਿੰਨੇ ਪਾਰਟੀ ਵੱਲੋਂ, ਤੇ ਕੱਲ ਨੂੰ ਸਾਡੇ ਕੈਂਡੀਡੇਟ ਵੀ ਲਿਖ ਕੇ ਦੇਣਗੇ ਕਿ ਅਸੀਂ ਇਸ ਰੋਡ ਮੈਪ ਨੂੰ ਫੋਲੋ ਕਰਾਂਗੇ। ਅਸੀਂ ਕਹਿਤਾ ਸਾਰੇ ਲੋਕਾਂ ਨੂੰ, ਇਹ ਪਹੁੰਚਾਤੀ ਹੈ ਗੱਲ ਉਹਨਾਂ ਤੱਕ। ਔਰ ਜਿਹੜੀਆਂ ਕੁਝ ਟ੍ਰੈਡੀਸ਼ਨਲ ਪਾਰਟੀਆਂ ਵੀ, ਉਹਨਾਂ 'ਚੋਂ ਵੀ ਬਹੁਤ ਆਈ ਸਾਡੇ ਕੋਲੇ, 6 ਮਨਜ਼ੂਰ ਹੈ ਜੀ, 11 ਮਨਜ਼ੂਰ ਹੈ ਜੀ, 20 ਮਨਜ਼ੂਰ ਹੈ, ਇੱਥੋਂ ਤੱਕ ਵੀ ਗਏ ਨੇ। ਤਾਂ ਅਸੀਂ ਕਿਹਾ ਯਾਰ ਇਹ ਦੱਸ ਦਿਓ ਲੈ ਵੀ ਬਾਕੀ ਜਿਹੜੇ ਮਨਜ਼ੂਰ ਨਹੀਂ ਗਈਆਂ ਗੱਲਾਂ ਉਹਨਾਂ 'ਚ ਖਾਮੀ ਕੀ ਹੈ। ਸੋ ਪਲੀਜ਼ ਇਹ ਨਾ ਗੱਲ ਪਿਕ ਐਂਡ ਉਹ ਚੂਜ਼ ਵਾਲੀ ਗੱਲ ਨਾ ਕਰੋ, ਜਾਂ ਤਾਂ ਇਹ ਦੱਸੋ ਕਿ ਗੜਬੜ ਕੀ ਹੈ ਜਾਂ ਮੰਨੋ ਸਾਰਾ। ਸੋ ਮਾਨ ਸਾਹਿਬ, ਜਿਵੇਂ ਤੁਸੀਂ ਕਹਿ ਰਹੇ ਹੋ ਮੈਨੀਫੈਸਟੋ ਕਮੇਟੀ ਜੂਜ ਦਾ ਪੰਜਾਬ ਮੈਂਬਰ ਚਲੇ ਗਏ ਨੇ, ਜਿਹੜਾ ਤੁਸੀਂ ਅੱਜ ਤੋਂ 26 ਦਿਨ ਪਹਿਲਾਂ 13 ਸੂਤਰੀ ਏਜੰਡਾ ਡਿਸਪਲੇ ਕੀਤਾ ਸੀ, ਮੈਨੀਫੈਸਟੋ ਉਸੇ ਦੇ ਆਲੇ ਦੁਆਲੇ ਘੁੰਮੇਗਾ ਕਿ ਉਸ ਨੂੰ ਬਲੂਪ੍ਰਿੰਟ ਮੰਨਿਆ ਜਾ ਸਕਦਾ ਮੈਨੀਫੈਸਟੋ ਦਾ? ਭਾਜੀ ਇੱਕ ਵਾਰੀ ਰਿਪੀਟ ਕਰ ਦਿਓ, ਜਿਹੜਾ ਅਸੀਂ ਦਿੱਤਾ ਸੀ ਪਹਿਲਾਂ। ਹਾਂ, ਉਹ ਬਲੂਪ੍ਰਿੰਟ ਹੋਏਗਾ ਮੈਨੀਫੈਸਟੋ ਦਾ? ਦੇਖੋ ਉਹ ਤਾਂ ਉਹ ਦੱਸ ਸਕਦੇ ਨੇ। ਨਹੀਂ, ਤੁਸੀਂ ਹੈ ਹੀ ਉਹ ਮੈਨੀਫੈਸਟੋ ਕਮੇਟੀ? ਨਹੀਂ, ਉਹ ਤਾਂ ਮੈਂ ਤੁਹਾਨੂੰ ਹੁਣੇ ਕਲੀਅਰ ਕੀਤਾ ਸੀ, ਮੈਨੀਫੈਸਟੋ ਕਮੇਟੀ 'ਚ ਨਹੀਂ ਗਏ, ਉਹ ਤਾਂ ਮੈਂ ਕਲੀਅਰ ਕਰਤਾ ਨਾ, ਅਸੀਂ ਨਹੀਂ ਗਏ। ਨਹੀਂ, ਅਸੀਂ ਕਲੀਅਰ ਕਰਤਾ, ਜੋ ਜੂਸ ਦਾ ਪੰਜਾਬ ਦੇ ਮੈਂਬਰ ਨੇ ਉਹ ਉਸ ਕਮੇਟੀ 'ਚ ਡਾਇਰੈਕਟ ਇਨਵੋਲਵ ਨਹੀਂ ਹੋ ਸਕਦੇਗੇ। ਕੋਸ਼ਿਸ਼ ਰਹੇਗੀ ਕਿ ਉਹੀ ਏਜੰਡਾ ਬਲੂਪ੍ਰਿੰਟ? ਨਹੀਂ, ਉਹਨਾਂ ਨੇ ਕਿਹਾ ਤੁਹਾਡਾ ਏਜੰਡਾ ਸਾਨੂੰ ਕਬੂਲ ਹੈ, ਤੇ ਇਹਦਾ ਮਤਲਬ ਉਹਨਾਂ ਦੇ ਮੈਨੀਫੈਸਟੋ 'ਚ ਹੋਊਗਾ ਉਹ ਤਾਂ ਉਹਨਾਂ ਨੇ ਕਿਹਾ। ਤਾਂ ਹਮੀਰ ਜੀ ਕੁਝ ਕਹਿਣਾ ਚਾਹ ਰਹੇ ਸੀ, ਤੁਸੀਂ ਤਾਂ ਕਹਿ ਦਿਓ। ਜਿਹੜਾ ਇਹ ਕੁਐਸਚਨ ਹੈ ਇਹ ਆਟੋਮੈਟਿਕਲੀ ਸੋਲਵ ਹੋ ਜਾਂਦਾ ਜਦੋਂ ਇੱਕ ਏਜੰਡਾ ਆਲਰੇਡੀ ਹੈ। ਯੂਜ਼ ਦਾ ਪੰਜਾਬ ਦਾ ਤਾਂ ਇਹ ਏਜੰਡਾ ਹੈ, ਇਹਨੂੰ ਮੈਨੀਫੈਸਟੋ 'ਚ ਸ਼ਾਮਲ ਹੋ ਜਾਂਦਾ ਤਾਂ ਮੈਨੀਫੈਸਟੋ ਬਣ ਜਾਏਗਾ, ਨਹੀਂ ਹੋ ਜਾਏਗਾ ਤਾਂ ਇਹ 'ਚੋਂ ਕੱਢਣਾ ਹੈ, ਪਾਉਣਾ ਹੈ। ਇਹ ਉਹਨਾਂ ਦੀ ਇੰਡੀਪੈਂਡੈਂਟ ਹੈ ਜਿਹੜੇ ਵੀ। ਠੀਕ ਹੈ, ਉਧਰ ਮਾਈਕ ਦੇ ਦਿਓ ਬਾਈ ਜੀ ਤੁਹਾਨੂੰ। ਮੈਂ ਨਹੀਂ, ਸਮਾਜ ਮੋਰਚੇ ਦੇ ਮੈਂਬਰ ਨਹੀਂ ਹੈ, ਉਹ ਤਾਂ ਬਾਰ-ਬਾਰ ਕਿਹਾ ਅਸੀਂ ਸਮਾਜ ਮੋਰਚੇ ਦੇ ਮੈਂਬਰ ਥੋੜੀ ਹੈ। ਤੁਹਾਡੀ ਕੋਈ ਵੀ ਸਿਆਸੀ ਪਾਰਟੀ ਇੱਕ ਮਿੰਟ, ਉਹਨਾਂ ਨੂੰ ਮੁਕੰਮਲ ਕਰ ਲੈਣ, ਦੱਸੋ ਜੇ ਦੱਸੋ। ਅੰਤੋਜ ਨੇ ਬਹੁਤ ਸਪਸ਼ਟ ਔਰ ਸਰਲ ਪੰਜਾਬੀ 'ਚ ਦੱਸੀ ਹੈ ਇਹ ਗੱਲ, ਕੋਈ ਬਹੁਤ ਜ਼ਿਆਦਾ ਔਖੀ ਨਹੀਂ ਦੱਸੀ। ਉਹ ਇੰਨੀ ਕੁ ਕਹੀ ਹੈ ਕਿ ਇਹ ਜਿਹੜਾ ਜੂਝ ਦਾ ਪੰਜਾਬ ਮੰਚ ਹੈ ਇਹ ਇੰਡੀਪੈਂਡੈਂਟ, ਇਹਦਾ ਪਾਰਟਿਸਪੇਸ਼ਨ ਇਲੈਕਟੋਰਲ ਪੋਲਿਟਿਕਸ 'ਚ ਨਹੀਂ ਹੈ, ਤੇ ਬੜੇ ਰਿਸਪੈਕਟ ਦੇ ਨਾਲ, ਮਾਣ ਇੱਜ਼ਤ ਦੇ ਨਾਲ ਉਹਨਾਂ ਨੇ ਆਪਣੇ ਆਪ ਪਾਏ। ਸਾਡੇ ਨਾਲ ਨਹੀਂ ਸੀ ਗੱਲ ਹੋਈ ਤੇ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਕਿ ਅਸੀਂ ਡਾਇਰੈਕਟ ਮੈਂਬਰ ਨਹੀਂ ਹੋ ਸਕਦੇ ਕਿਉਂਕਿ ਅਸੀਂ ਇੱਕ ਇੰਡੀਪੈਂਡੈਂਟ ਹਾਂ। ਜਿਹੜੀ ਦੀ ਗੱਲ ਹੋਏਗੀ ਡਿਸਕਸ਼ਨ ਦਾ, ਜਿਵੇਂ ਵੀ ਹੋਣਗੇ ਪ੍ਰਾਈਵੇਟ ਵੈਸੇ ਤਾਂ ਕਿਸੇ ਨਾਲ ਵੀ ਡਿਸਕਸ਼ਨ 'ਚ ਆਪਾਂ ਪਾਰਟਿਸਿਪੇਟ ਕਰਦੇ ਹਾਂ, ਹੋਰ ਪੋਲੀਟੀਕਲ ਡਿਸਕਸ਼ਨ। ਇੱਕ ਸਵਾਲ ਇਹ ਹੈ ਜੀ ਕਿ ਸਿਆਸੀ ਪਾਰਟੀਆਂ ਦੇ ਕਿਸੇ ਲੀਡਰ ਨਾਲ ਤੁਹਾਡੀ ਇਸ ਮੁੱਦੇ ਤੇ ਜਿਹੜਾ ਤੁਸੀਂ ਏਜੰਡਾ ਪੇਸ਼ ਕਰ ਰਹੇ ਹੋ, ਹੁਣ ਤੱਕ ਗੱਲ ਹੋਈ ਜਿਹੜੀਆਂ ਵੱਡੀਆਂ ਰਾਜਨੀਤਿਕ ਪਾਰਟੀਆਂ ਨੇ? ਭਾਜੀ ਉਹਦਾ ਨਵਜੋਤ ਸਿੱਧੂ ਵੀ ਪੰਜਾਬ ਦੇ ਮੁੱਦੇ ਦੀ ਗੱਲ ਕਰਦੇ ਆ, ਰੋਡ ਮੈਪ ਦੀ ਗੱਲ ਕਰਦੇ ਆ, ਉਹਨਾਂ ਨਾਲ ਵੀ ਸਾਂਝ ਬਣ ਸਕਦੀ ਹੈ? ਦੇਖੋ, ਤੁਸੀਂ ਜਿਹੜਾ ਹੁਣੇ ਸਵਾਲ ਪੁੱਛਿਆ ਇਹਦਾ ਜਵਾਬ ਮੈਂ ਪਹਿਲਾਂ ਵੀ ਦਿੱਤਾ ਕਿ ਬਹੁਤ ਸਾਰੀਆਂ ਰਵਾਇਤੀ ਪਾਰਟੀਆਂ ਸਾਡੇ ਕੋਲੇ ਆਈਆਂ ਨੇ, ਕੁਝ ਫੋਨ ਤੇ, ਕੁਝ ਪਰਸਨਲੀ ਮਿਲ ਕੇ। ਉਹਦਾ ਅਸੀਂ ਉਹਨਾਂ ਨੂੰ ਕਿਹਾ ਕਿ ਪਿਕ ਐਂਡ ਚੂਜ਼ ਨਾ ਕਰੋ, ਸਾਰਾ ਐਕਸੈਪਟ ਕਰੋ ਔਰ ਲੋਕਾਂ ਦੇ ਸਾਹਮਣੇ ਕਰੋ। ਸਾਡੇ ਨਾਲ ਗੱਲ ਕਰਨ ਦੀ ਵੀ ਲੋੜ ਨਹੀਂ, ਤੁਸੀਂ ਓਪਨਲੀ ਬੋਲ ਦਿਓ, ਅਸੀਂ ਵੀ ਕਹਿ ਦਿਆਂਗੇ ਅੱਗੋਂ ਆ ਕੇ ਕਿ ਵੈਰੀ ਗੁੱਡ।
ਹਨਾ, ਬਟ ਉਹਨਾਂ ਚੋਂ ਕਿਸੇ ਨੇ ਵੀ ਬੋਲਿਆ, ਲੋਕਾਂ 'ਚ ਨਹੀਂ ਬੋਲਿਆ, ਬਸ ਫਿਰ ਗੱਲ ਖਤਮ ਹੋ ਜਾਂਦੀ ਹੈ ਹਨਾ। ਸਾਨੂੰ ਫੋਨ ਕਰਨਾ, ਇੱਕ ਬੰਦੇ ਦਾ ਨਾਂ ਲਈਏ ਦੂਜੇ ਦਾ ਲਈਏ, ਉਸ ਗੱਲ ਦਾ ਕੋਈ ਮਾਇਨੇ ਹੀ ਨਹੀਂਗਾ। ਅਸੀਂ ਜੋ ਵੀ ਕਰਾਂਗੇ ਇੱਕ ਇੱਕ ਸ਼ਬਦ ਤੁਹਾਡੇ ਸਾਹਮਣੇ ਰੱਖ ਕੇ ਕਲੀਅਰ ਕਰਕੇ, ਕਿਉਂਕਿ ਸਾਡਾ ਮਕਸਦ ਹੀ ਕੁਛ ਨਹੀਂ ਦੋਸਤੋ, ਨਾ ਅਸੀਂ ਮਿਨਿਸਟਰ ਬਣਨਾ, ਨਾ ਮੁੱਖ ਮੰਤਰੀ ਬਣਨਾ ਜਾਂ ਕੁਝ ਹੋਰ ਬਣਨਾ। ਅਸੀਂ ਲੈ ਦੇ ਕੇ ਆਪ ਦਾ ਬਹੁਤ ਵਧੀਆ ਕੰਮ ਕਰ ਰਹੇ ਹਾਂ ਔਰ ਕਰਦੇ ਰਵਾਂਗੇ। ਪਰ ਸਾਨੂੰ ਸਾਰਿਆਂ ਨੂੰ ਲੱਗਿਆ ਕਿ ਜੇ ਕੁਝ ਸਾਲ ਹੋਰ ਐਂ ਹੀ ਲੰਘ ਗਏ, ਪੰਜਾਬ 'ਚ ਬਚਣਾ ਕੁਛ ਨਹੀਂ। ਮੈਂ ਸੀਰੀਅਸਲੀ ਕਹਿ ਰਿਹਾ ਹਾਂ, ਅਸੀਂ ਫੇਲ ਸਟੇਟ ਵੱਲ ਵੱਧ ਰਹੇ ਹਾਂ ਔਰ ਜ਼ਿਆਦਾ ਦੂਰ ਨਹੀਂ ਗੇ, ਬਹੁਤ ਨੇੜੇ ਹੈ। ਜੇ ਆਪਾਂ ਹੁਣ ਨਾ ਕੁਝ ਚੰਗਾ ਕੀਤਾ, ਵਕਤ ਨਿਕਲ ਜੂਗਾ, ਇਸੇ ਲਈ ਅਸੀਂ ਕਰ ਰਹੇ ਹਾਂ। ਸਾਡੇ ਬਹੁਤ ਸਾਰੇ ਸੀਨੀਅਰ ਸਾਥੀ ਤੁਹਾਡੇ ਨਾਲ ਨੇ, ਹਾਂਜੀ। ਬੈਠੇ ਹੋਏ ਨੇ, ਅਮੀਰ ਜੀ ਬੈਠੇ ਹੋਏ ਨੇ, ਸਾਹਿਬ ਜੀ ਬੈਠੇ ਹੋਏ ਨੇ। ਪੰਜਾਬ ਦੇ ਜਦੋਂ ਇਲੈਕਸ਼ਨ ਹੁੰਦਾ, NRI ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਬਾਹਰੋਂ ਜਿਹੜੀ ਹੈਗੀ ਕਿਸੇ ਨਾ ਕਿਸੇ ਪਾਰਟੀ ਨੂੰ ਜ਼ਰੂਰ ਸਪੋਰਟ ਕਰਦਾ, ਕਿਸੇ ਨਾ ਕਿਸੇ ਲੀਡਰ ਦੀ ਸਪੋਰਟ ਕਰਦਾ। ਪਿਛਲੀ ਵਾਰ ਆਮ ਆਦਮੀ ਪਾਰਟੀ ਦੀ ਖੁੱਲ੍ਹ ਕੇ ਸਪੋਰਟ ਹੋਈ ਸੀਗੀ। ਕਿ ਤੁਹਾਡੇ ਏਜੰਡੇ ਦੇ ਨਾਲ ਤੁਹਾਡੇ ਨਾਲ ਕੋਈ NRI ਸੰਗਠਨ ਜੁੜਿਆ ਹੋਵੇ ਜੋ ਤੁਹਾਡੇ ਏਜੰਡੇ ਨੂੰ ਐਕਸੈਪਟ ਕਰਦਾ ਹੋਵੇ, ਤੁਹਾਡੇ ਏਜੰਡੇ ਨੂੰ ਪੰਜਾਬ ਦੇ ਵਿੱਚ ਲਾਗੂ ਕਰਨਾ, ਜਾਂ NRI ਭਾਈਚਾਰੇ ਦਾ ਸਾਥ ਕਿਸ ਤਰੀਕੇ ਦਾ ਮਿਲਦਾ ਤੁਹਾਨੂੰ? ਦੇਖੋ, ਅਸੀਂ ਵੈਸੇ ਤਾਂ 2 ਦਿਨਾਂ ਬਾਅਦ, ਕਿਉਂਕਿ ਕਈ ਵਾਰੀ ਸਾਡੇ ਲੋਕ ਪੜ੍ਹਨ 'ਚ ਘੱਟ ਵਿਸ਼ਵਾਸ ਕਰਦੇ ਨੇ, ਬੋਲੇ ਹੋਏ 'ਚ ਵਿਸ਼ਵਾਸ ਕਰਦੇ ਨੇ, ਤਾਂ ਅਸੀਂ ਜਿੰਨੇ ਵੀ ਲੋਕ ਆ, ਅਸੀਂ ਬੋਲ ਕੇ ਆਪ ਦੀਆਂ ਇੱਕ ਮੱਦ ਜਾਂ ਕਹਿ ਲਓ ਸਾਡੀਆਂ ਕਿਹੜੀਆਂ ਕਲੌਜ਼ਸ ਸੀ ਜਾਂ ਏਜੰਡੇ ਦੇ ਮੁੱਦੇ ਸੀ, ਉਹਨਾਂ ਨੂੰ ਬੋਲ ਕੇ ਵੀਡੀਓ 'ਚ ਪਾ ਰਹੇ ਹਾਂ। ਉਹਦੇ 'ਚ ਬਹੁਤ ਸਾਰੇ NRI ਵੀ ਨਜ਼ਰ ਆਉਣਗੇ ਤੁਹਾਨੂੰ ਬੋਲਦੇ ਹੋਏ ਸਾਡੀਆਂ ਗੱਲਾਂ। ਕੁਝ ਮੈਨੂੰ ਲੱਗਦਾ ਹਮੀਰ ਜੀ ਨੂੰ ਵੀ, ਧਾਲੀਵਾਲ ਸਾਹਿਬ ਨੂੰ ਵੀ ਤੇ ਮੈਨੂੰ ਵੀ ਹਜ਼ਾਰਾਂ ਫੋਨ ਆ ਚੁੱਕੇ ਨੇ ਕਿ ਅਸੀਂ ਤੁਹਾਡੇ ਨਾਲ ਹੈ। ਤਾਂ ਅਸੀਂ ਕਿਹਾ ਵੈਰੀ ਗੁੱਡ, ਬਹੁਤ ਅੱਛੀ ਗੱਲ ਹੈ। ਉਹ ਪਿਆਰ ਵਿਖਾ ਰਹੇ ਨੇ, ਕਿਉਂਕਿ ਉੱਥੇ ਜ਼ਿਆਦਾਤਰ ਕੋਈ ਸੰਸਥਾਵਾਂ ਘੱਟ ਬਣੀਆਂ ਨੇ, ਪ੍ਰਾਈਵੇਟ ਇੰਡੀਵਿਜੂਅਲ ਹੋ ਕੇ ਸਾਹਮਣੇ ਆਉਂਦੇ ਨੇ। ਸਿੱਪੀ ਨੂੰ ਪਤਾ ਨਹੀਂ ਕਿੰਨੇ ਲੋਕਾਂ ਨੇ ਕਿਹਾ ਹੋਊਗਾ। ਤਾਂ ਉਹ ਲੋਕ ਵਿਚਾਰੇ ਨਾ, ਮੈਨੂੰ ਹਮੇਸ਼ਾ ਉਹਨਾਂ ਬਾਰੇ ਮੈਂ ਇੱਕ ਗੱਲ ਕਹਿੰਦਾ ਉਹਨਾਂ, ਆਮ ਤੌਰ ਤੇ ਪੰਜਾਬ 'ਚ ਧਾਰਨਾ ਹੈ ਕਿ ਜਿਹਦੇ ਨਾਲ NRI ਹੋ ਗਏ ਉਹਦਾ ਕੰਮ ਖਰਾਬ ਹੋ ਜਾਂਦਾ। ਨਹੀਂ, ਇਹ ਗਲਤ ਗੱਲ ਹੈ। ਅੱਜ ਸਾਡੀ ਉਹਨਾਂ ਕਰਕੇ ਤਾਕਤ ਹੈ। ਕਿਸਾਨ ਅੰਦੋਲਨ 'ਚ ਜਿੱਤ ਹੋਈ ਹੈ, ਇਹ 'ਚ ਉਹਨਾਂ ਦਾ ਬਹੁਤ ਵੱਡਾ ਹੱਥ ਹੈ। ਦੁਨੀਆ ਦੇ ਹਰ ਹਿੱਸੇ 'ਚ ਉਹਨਾਂ ਨੇ ਪੰਜਾਬ ਦੀ ਆਵਾਜ਼ ਪਹੁੰਚਾਈ ਹੈ। ਤੇ ਅੱਜ ਉਹ ਅਜਿਹੀ ਤਾਕਤ ਹੈ ਕਿ ਸਾਡੇ ਵੱਲ ਕੋਈ ਵੀ ਟੇਢੀ ਨਜ਼ਰ ਨਾਲ ਝਾਕੂਗਾ ਤਾਂ ਉਹਨਾਂ ਦਾ ਡਰ ਵੀ ਸਤਾਊਗਾ ਉਹਨਾਂ ਨੂੰ। ਇਸੇ ਲਈ ਅਸੀਂ ਆਪਦੇ ਏਜੰਡੇ 'ਚ ਵੀ ਕਿਹਾ ਕਿ ਜਿੰਨੀਆਂ ਬਲੈਕ ਲਿਸਟਾਂ ਨੇ ਇਹ ਖਤਮ ਕੀਤੀਆਂ ਜਾਣ। ਜਿਹੜੇ ਬਾਹਰ ਬੈਠੇ ਨੇ ਵਿਚਾਰੇ, ਉਹਨਾਂ ਨੂੰ ਆਉਣ ਦਿਓ ਇੱਥੇ। ਉਹਦੇ ਇਲਾਵਾ ਅਸੀਂ ਬਾਕੀ ਮੰਗਾਂ ਵੀ ਰੱਖੀਆਂ ਨੇ ਕਿ ਬਾਹਰ ਬੈਠਿਆਂ ਨੂੰ ਇੱਥੇ ਕੋਰਟ ਦੀ ਕੋਈ ਪੇਸ਼ੀ ਹੋਵੇ ਤਾਂ ਬਾਹਰੋਂ ਉਹਦੇ 'ਚ ਸ਼ਾਮਲ ਹੋ ਸਕਣ। ਉਹ ਸਾਡੀ ਤਾਕਤ ਨੇ ਔਰ ਉਹਨਾਂ ਨੂੰ ਅਸੀਂ ਆਪਦੇ ਗੱਲ ਨਾਲ ਲਾ ਕੇ ਚੱਲਣਾ ਹੈ। ਉਹ ਇੱਕ ਅਜਿਹੀ ਕੁੜੀ ਹੈ ਵਿਚਾਰੀ, ਜਿਹਦੇ ਸਹੁਰੇ ਬਹੁਤ ਚੰਗੇ ਨੇ ਜਿੱਥੇ ਉਹ ਰਹਿ ਰਹੇ ਨੇ, ਉਹਦੇ ਪੇਕੇ ਆ ਨੇ ਜਿੱਥੇ ਬੜੇ ਮਸਲੇ ਨੇ। ਉਹ ਚਾਹੁੰਦੇ ਨੇ ਇਹ ਵੀ ਚੰਗੇ ਹੋ ਜਾਣ, ਇਹ ਵੀ ਉਸ ਸਿਸਟਮ 'ਚ ਆ ਜਾਣ। ਤੇ ਇਹ 'ਚ ਅਸੀਂ ਵੀ ਨਾਲ ਹੈ, ਤੁਸੀਂ ਵੀ ਨਾਲ ਹੈ, ਉਹ ਵੀ ਨਾਲ ਹੈ। ਔਰ ਮੈਂ ਤੁਹਾਨੂੰ ਕਹਾਂ NRI ਨਹੀਂ, ਅੱਜ ਹਰ ਸੁਹਿਰਦ ਪੰਜਾਬੀ ਇਹਦੇ ਨਾਲ ਹੈ। ਆ 3 ਦਿਨਾਂ ਦੇ ਵਿੱਚ ਇਹਨਾਂ ਨੇ ਇੱਕ ਮੂਵ ਲਿਆ ਹੈ ਸੰਯੁਕਤ ਸਮਾਜ ਵਾਲਿਆਂ ਨੇ। ਫਿਜ਼ਾ ਨਜ਼ਰ ਦੀ ਬਦਲਦੀ ਨਜ਼ਰ ਆ ਗਈ, ਪਹਿਲਾਂ ਹੁੰਦਾ ਸੀ। ਕਿਉਂ ਹੋ ਗਈ? ਕਿਉਂਕਿ ਲੋਕ ਅੰਦੋਲਨ ਨੇ। ਹਰ ਪਿੰਡ 'ਚ ਬੈਠਾ, ਹਰ ਸ਼ਹਿਰ 'ਚ ਬੈਠਾ ਬੰਦਾ, ਚਾਹੇ ਉਹ ਵਪਾਰੀ ਹੋਵੇ, ਚਾਹੇ ਉਹ ਕਿਸਾਨ ਹੋਵੇ, ਮਜ਼ਦੂਰ ਹੋਵੇ, ਫਿਲਮਸ ਵਾਲਾ ਹੋਵੇ, ਸਾਰੇ ਇਸ ਸੋਚ ਨਾਲ ਸਹਿਮਤ ਨੇ ਕਿ ਬਚਣਾ ਕੁਛ ਨਹੀਂ। ਸਾਡੀਆਂ ਫਿਲਮਾਂ ਰਹਿ ਜਾਣਗੀਆਂ ਜੇ ਪੰਜਾਬ ਨਾ ਰਿਹਾ। ਤੁਹਾਡੀ ਪੱਤਰਕਾਰਤਾ ਰਹਿ ਜੂਗੀ। ਤੁਹਾਡੀ ਪਹਿਚਾਣ ਪੰਜਾਬੀ ਦੇ ਤੌਰ ਤੇ ਹੈ। ਤੁਸੀਂ ਲੱਖ ਦਿੱਲੀ 'ਚ ਕਿਸੇ ਵਾਸਤੇ ਚਲੇ ਜਾਓ, ਅਸੀਂ ਬੰਬੇ ਚਲੇ ਜਾਈਏ, ਲਾਸ ਐਂਜਲਸ ਚਲੇ ਜਾਓ, ਸਾਡੀ ਪਹਿਚਾਣ ਪੰਜਾਬੀ ਸੀ, ਹੈ ਔਰ ਰਹੂਗੀ। ਤੇ ਜੇ ਉਹਨੂੰ ਬਚਾਉਣਾ ਹੈ ਪੰਜਾਬੀਅਤ ਨੂੰ, ਪੰਜਾਬ ਨੂੰ, ਤਾਂ ਸਾਨੂੰ ਮਸਲਿਆਂ ਨੂੰ ਏਜੰਡੇ ਵਾਈਜ਼, ਪਾਲਿਸੀ ਵਾਈਜ਼, ਰੋਡ ਮੈਪ ਵਾਈਜ਼ ਸਾਹਮਣੇ ਲਿਆਉਣਾ ਪਊਗਾ ਜਿਹੜਾ ਅਸੀਂ ਲਿਆਂਦਾ ਹੈ। ਮਾਨ ਸਾਹਿਬ 2 ਧਾਰਨਾਵਾਂ ਚੱਲ ਰਹੀਆਂ ਨੇ, ਖਾਸ ਕਰਕੇ ਕਿਸਾਨ ਜਥੇਬੰਦੀਆਂ ਦੀ ਜੇਕਰ ਗੱਲ ਕਰੀਏ, ਜੇਕਰ ਵੀਰ ਸਿੰਘ ਰਾਜੇਵਾਲ ਹੋਰਾਂ ਦੀ ਗੱਲ ਕਰੀਏ ਜਾਂ ਬਾਕੀ 22 ਜਥੇਬੰਦੀਆਂ ਦੀ ਗੱਲ ਕਰੀਏ, ਤਾਂ ਉਹ ਇੱਕ ਸਿਆਸੀ ਮੰਚ ਤੇ ਆ ਚੁੱਕੇ ਨੇ। ਔਰ ਅੱਜ ਉਗਰਾਹਾਂ ਗਰੁੱਪ ਨੇ 2 ਘੰਟੇ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ। ਉਹ ਕਹਿੰਦੇ ਸਿਆਸੀ ਮੰਚ ਨਹੀਂ ਚਾਹੀਦਾ, ਜੇਕਰ ਤੁਸੀਂ ਪ੍ਰੈਸ਼ਰ ਗਰੁੱਪ ਬਣਾ ਕੇ ਰੱਖਣਾ ਹੈ। ਤੁਸੀਂ ਵੀ ਕਹਿੰਦੇ ਹੋ ਕਿ ਸਾਡਾ ਪ੍ਰੈਸ਼ਰ ਗਰੁੱਪ ਹੈ। ਕੀ ਤੁਸੀਂ ਜਿਹੜੀਆਂ ਬਾਕੀ 22 ਜਥੇਬੰਦੀਆਂ ਉਹਨਾਂ ਦੇ ਫੈਸਲੇ ਨੂੰ ਠੀਕ ਨਹੀਂ ਮੰਨਦੇ, ਜਾਂ ਫਿਰ ਜੇ ਉਹਨਾਂ ਦਾ ਫੈਸਲਾ ਠੀਕ ਹੈ ਤਾਂ ਫਿਰ ਤੁਸੀਂ ਇਹ ਗੱਲ ਨੂੰ ਕਹਿੰਦੇ ਹੋ ਕਿ ਅਸੀਂ ਕਿਸੇ ਸਿਆਸਤ ਦੇ ਵਿੱਚ ਨਹੀਂ ਜਾਣਾ, ਜਾਂ ਕੋਈ ਅਸੀਂ ਕੁਰਸੀ ਦੇ ਲਾਲਚ ਨੂੰ ਨਹੀਂ ਲੜ ਰਹੇ? ਤੁਹਾਡੀ ਮੈਂ ਸਮਝ ਲੈਣੀ ਚਾਹੁੰਦਾ ਕਿ ਤੁਸੀਂ ਕੀ ਸਮਝਦੇ ਹੋ ਕਿ ਉਹਨਾਂ ਦਾ ਫੈਸਲਾ ਠੀਕ ਹੈ ਜਾਂ ਗਲਤ ਹੈ, ਜਾਂ ਫਿਰ ਉਗਰਾਹਾਂ ਗਰੁੱਪ ਜਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਕਿਰਤੀ ਕਿਸਾਨ ਜਥੇਬੰਦੀ, ਉਹਨਾਂ ਦਾ ਫੈਸਲਾ ਠੀਕ ਹੈ ਜਾਂ ਫਿਰ ਇਹਨਾਂ ਦਾ ਫੈਸਲਾ ਠੀਕ ਹੈ? ਮੈਂ ਹਮੀਰ ਜੀ ਨੂੰ ਕਹੂੰਗਾ ਥੋੜੇ ਦੋਨਾਂ ਦੇ ਆਪਣੀ ਆਪਣੀ ਜਗ੍ਹਾ ਠੀਕ ਨੇ। ਡੈਮੋਕ੍ਰੇਸੀ ਦੀ ਪਰਿਭਾਸ਼ਾ ਕੀ ਹੈ ਅਸਲ ਦੇ ਵਿੱਚ? ਅਸੀਂ ਡੈਮੋਕ੍ਰੇਸੀ ਦੀ ਅੰਡਰਸਟੈਂਡਿੰਗ ਦੀ ਸਾਨੂੰ, ਕਿਉਂਕਿ ਸਾਡੇ ਦੇਸ਼ 'ਚ ਉਧਾਰੀ ਮਿਲੀ ਹੈ, ਅਸੀਂ ਐਸੇ ਲੜ ਕੇ ਡੈਮੋਕ੍ਰੇਸੀ ਲਈ ਹੋਣੀ, ਅਸੀਂ ਉਹਦੇ ਲਈ ਕੁਰਬਾਨੀ ਨਹੀਂ ਕੀਤੀ, ਬਸ ਜਾਂਦੇ ਜਾਂਦੇ ਵੋਟ ਦਾ ਹੱਕ ਮਿਲ ਗਿਆ ਤੇ ਸਾਨੂੰ ਲੱਗਾ ਨਾ। ਡੈਮੋਕ੍ਰੇਸੀ
ਪ੍ਰੈਸ਼ਰ ਗਰੁੱਪ ਦਾ ਨਾਮ ਵੀ ਹੈ ਡੈਮੋਕ੍ਰੇਸੀ ਮੁਜ਼ਾਹਰਿਆਂ ਦਾ, ਇਹਨੂੰ ਐਕਸਟਰਾ ਪਾਰਲੀਮੈਂਟਰੀ ਸਟਰਗਲ ਕਹਿੰਦੇ ਨੇ ਉਸ ਭਾਸ਼ਾ ਦੇ ਵਿੱਚ, ਜਿਹੜੀਆਂ ਪਾਰਲੀਮੈਂਟ ਤੋਂ ਬਾਹਰ ਕੀਤੀਆਂ ਜਾਂਦੀਆਂ ਨੇ। ਇਹਦੀ ਉਨੀ ਓ ਮਹੱਤਵ ਹੈ ਜਿੰਨਾ ਪਾਰਲੀਮੈਂਟ ਦੇ ਅੰਦਰ ਜਾਣ ਦੇ ਲਈ ਲੜਾਈ। ਦੋਨੋਂ ਇੱਕ ਦੂਜੇ ਦੀਆਂ ਪੂਰਕ ਨੇ, ਇੱਕ ਦੂਜੇ ਦੇ ਖਿਲਾਫ ਨਹੀਂ। ਦੋਨੇ ਚਾਹੀਦੀਆਂ ਨੇ ਪੰਜਾਬ ਨੂੰ ਉਹ ਕੁੰਡਾ ਵੀ ਚਾਹੀਦਾ ਜਿਹੜਾ ਬਾਹਰ ਰਹਿ ਕੇ ਲਗਾਤਾਰ ਪ੍ਰੈਸ਼ਰਾਈਜ਼ ਕਰੇ, ਪੰਜਾਬ ਨੂੰ ਉਹ ਜਿਹੇ ਬੰਦੇ ਵੀ ਚਾਹੀਦੇ ਨੇ ਜਿਹੜੇ ਅਸੈਂਬਲੀ ਤੇ ਪਾਰਲੀਮੈਂਟਾਂ ਦੇ ਵਿੱਚ ਜਾਣ। ਇਸ ਲਈ ਇਹ ਦੋਨੋਂ ਚੀਜ਼ਾਂ ਟਕਰਾਵੀਆਂ ਨਹੀਂ ਹੈ, ਦੋਨੋਂ ਇੱਕ ਦੂਜੇ ਨਾਲ ਸਹਿਮਤੀ ਵਾਲੀਆਂ ਚੀਜ਼ਾਂ ਨੇ। ਗੱਲ ਕੇਵਲ ਇਹ ਹੈ ਕਿ ਦੋਨੇ ਧਿਰਾਂ ਨੂੰ ਅੰਡਰਸਟੈਂਡਿੰਗ ਆਪਣੀ ਨੇੜੇ ਲਿਆਉਣੀ ਪਏਗੀ, ਬਸ ਕਿਸੇ ਤਰੀਕੇ ਦੇ ਨਾਲ। ਕੋਈ ਵਿਰੋਧ ਨਹੀਂ, ਕੋਈ ਆਪਾਂ ਵਿਰੋਧ ਨਹੀਂ ਇਹ ਦੋਨਾਂ ਚੀਜ਼ਾਂ। ਪਰ ਆਮ ਲੋਕ ਤਾਂ ਜਿਹੜੇ ਹੈਗੇ ਨੇ ਅਮੀਰ ਜੀ ਦੁਚਿੱਤਾ ਚ ਹੈਗੇ ਨੇ ਵੀ ਇਹ ਕੀ ਬਣੂ। ਇੱਕ ਪਾਸੇ ਅਸੀਂ ਇਕੱਠੇ ਲੜੇ ਆ, ਇੱਕ ਪਾਸੇ ਅਲੱਗ-ਅਲੱਗ ਹੋ ਗਿਆ। ਲੋਕਾਂ ਨੂੰ ਕੌਣ ਕਿਵੇਂ ਸਮਝਾਇਆ ਜਾਊਗਾ, ਦਿਮਾਗ 'ਚ ਕਿਵੇਂ ਪਾਇਆ ਜਾਊਗਾ ਵੀ ਇਹ ਦੇਖੋ ਗੱਲ ਇਹ ਹੈ ਕਿ ਸਾਨੂੰ ਵੀ ਸਭ ਨੂੰ ਪਤਾ ਤੇ ਉਹਨੂੰ ਇਹ ਇਕੱਠ ਜਿਹੜਾ ਹੈ ਇੱਕ ਮਿਨੀਮਮ ਏਜੰਡੇ ਤੇ ਹੈ। 32 ਜਾਂ ਤਾਂ ਮੁਲਾਜ਼ਮਾਂ ਦੀਆਂ 3500 ਜਥੇਬੰਦੀਆਂ ਨੇ, ਕਦੇ ਕੋਈ ਕਹਿੰਦਾ ਵੀ ਐ ਕਿਉਂ ਨਹੀਂ, ਐ ਜੀ ਉਹ ਕੁਝ ਤਾਂ ਇਕੱਠੀਆਂ ਹੋ ਜਾਂਦੀਆਂ ਨੇ, ਇੱਕ ਫੈਡਰੇਸ਼ਨ ਬਣਾ ਲੈਂਦੀਆਂ ਨੇ। ਤੇ ਜਦੋਂ ਤੁਸੀਂ ਅਲੱਗ-ਅਲੱਗ ਤਰੀਕੇ ਦੀ ਗੱਲ ਕਰ ਲਓ, ਇੱਕ ਏਜੰਡੇ ਤੇ ਹੈ। ਹੁਣ ਇਹ ਪੋਲੀਟੀਕਲ ਇਲੈਕਸ਼ਨ ਹੈ, ਇਹ ਇਕੱਲਾ ਕਿਸਾਨ ਅੰਦੋਲਨ ਦੀਆਂ ਤਿੰਨ ਗੱਲਾਂ ਨਹੀਂ। ਉਹਦੇ ਤੇ ਜੇ ਕਿਸਾਨ ਅੰਦੋਲਨ ਨਾ ਵੀ ਹੁੰਦਾ ਫਿਰ ਵੀ ਵੱਖਰੇਵੇਂ ਹੋਣੇ ਸੀ। ਜੇ ਇਹ ਨਾ ਵੀ ਆਉਂਦੇ ਤਿੰਨੇ ਮਤਲਬ ਬਾਕੀ ਜਥੇਬੰਦੀਆਂ, ਇਹਨਾਂ ਤੋਂ ਕਿੰਨੀਆਂ ਵੋਟਾਂ ਪਹਿਲਾਂ ਤੋਂ ਪਾਉਂਦੀਆਂ ਨੇ, ਕਈ ਵਿਚਾਰਧਾਰਕ ਤੌਰ ਤੇ ਵੋਟਾਂ ਨਹੀਂ। ਉਹਨਾਂ ਦਾ ਮਾਮਲਾ ਆਪਸੀ ਕੰਟਰਾਡਿਕਸ਼ਨ ਦਾ ਨਹੀਂ ਹੈ, ਉਹਨਾਂ ਦਾ ਮਾਮਲਾ ਆਪੋ ਆਪਣੀ ਵਿਚਾਰਧਾਰਾ ਦੀ ਛੇੜ ਦੇ ਵਿੱਚ ਹੈ। ਇਸ ਕਰਕੇ ਇਸ ਸਮੇਂ ਜਦੋਂ ਪੰਜਾਬ ਦੇ ਵਿੱਚ ਇੱਕ ਖਲਾਅ ਦੀ ਸਥਿਤੀ ਹੈ, ਵੈਕਿਊਮ ਹੈ, ਪੰਜਾਬ ਭਾਰਤ ਦਾ ਅਲਟਰਨੇਟਿਵ, ਤਾਂ ਹੋਰ ਕੀ ਹੈ ਜੀ? ਫਿਰ ਬੈਠੇ ਰਹੋ, ਸਾਰੇ ਲੋਕ ਬੈਠੇ ਰਹਿਣ, ਕੁਝ ਨਾ ਕਰਨ। ਪੰਜਾਬ ਨੇ ਮਨਪ੍ਰੀਤ ਬਾਦਲ ਤੋਂ ਲੈ ਕੇ ਆਪ ਤੋਂ ਲੈ ਕੇ ਵੱਖ-ਵੱਖ ਅਲਟਰਨੇਟਿਵ ਦੇਖਣ ਦੀ ਟਰਾਈ ਕੀਤੀ, ਮਿਲਿਆ ਕੀ? ਕਿਉਂਕਿ ਏਜੰਡਾ ਨਹੀਂ ਸੀ ਤੇ ਬਾਕੀ ਚੀਜ਼ਾਂ ਨਹੀਂ ਸੀ। ਇਸ ਲਈ ਇੱਕ ਅਲਟਰਨੇਟਿਵ ਏਜੰਡੇ ਦਾ ਕੁਐਸਚਨ ਹੈ। ਜੇ ਏਜੰਡਾ ਅਲਟਰਨੇਟਿਵ ਆਏਗਾ ਤਾਂ ਉਹਦੇ ਨਾਲ ਸਭ ਕੁਝ ਸਪਸ਼ਟ ਸਾਡੇ ਸਾਹਮਣੇ ਨਜ਼ਰ ਆਉਂਦਾ। ਜੋ ਮੈਨੀਫੈਸਟੋ ਬਣਾਓਗੇ, ਲੀਗਲ ਡਾਕੂਮੈਂਟ ਬਣਾਓਗੇ ਉਹਨੂੰ, ਇਹ ਦੂਜਾ ਪੰਜਾਬ ਦਾ ਦਰਦ ਜਿਹੜੇ ਵਰਤੀ ਪੁਆਇੰਟ ਪੜੇ ਨਹੀਂ, ਉਹਦੇ ਵਿੱਚ ਕਲੀਅਰ ਕੱਟ ਲਿਖਿਆ ਕਿ ਉਹ ਕਾਨੂੰਨੀ ਦਸਤਾਵੇਜ਼ ਹੋਣਾ ਚਾਹੀਦਾ ਹੈ। ਜਿੰਨਾ ਚਿਰ ਕਾਨੂੰਨੀ ਦਸਤਾਵੇਜ਼ ਨਹੀਂ ਹੁੰਦਾ ਉਨੀ ਦੇਰ ਹਰ ਪਾਰਟੀ ਤੇ ਹਰ ਕੈਂਡੀਡੇਟ ਇਹ ਲਿਖ ਕੇ ਤੋਂ ਮੈਂ ਲੀਗਲ ਮੰਨਦਾ ਇਹਨੂੰ ਤੇ ਮੇਰੇ ਖਿਲਾਫ ਤੁਸੀਂ ਕਾਰਵਾਈ ਕਰਾ ਲਿਓ। ਮੈਂ ਹਰਫੀਆ ਬਿਆਨ ਦਿੰਦਾ, ਹਰਫੀਆ ਬਿਆਨ ਕੋਰਟ 'ਚ ਵੈਲਿਡ ਹੁੰਦਾ ਹੈ, ਕਿਸੇ ਦੇ ਖਿਲਾਫ ਕਾਰਵਾਈ ਕਰਨੀ। ਤੁਸੀਂ ਲਿਖਾਓਗੇ ਇਹਨਾਂ ਕੋਲੋਂ ਫਿਰ? ਇੰਨਾ ਕੁਝ ਕਰਾ ਲਿਆ ਹੋਇਆ ਸੀ ਪਹਿਲਾਂ? ਤੁਸੀਂ ਲਿਖਾਓ। ਨਹੀਂ ਪਹਿਲਾਂ ਇੰਨਾ ਕੁਝ ਹੋਇਆ ਸੀਗਾ। ਇਹ ਅਸੀਂ ਨਹੀਂ ਕਰਾਉਣਾ, ਇਹ ਪੰਜਾਬ ਵਾਲੇ ਲੋਕਾਂ ਨੇ ਕਰਾਉਣਾ। ਤੁਸੀਂ ਵੀ ਸ਼ਾਮਲ ਹੋ, ਅਸੀਂ ਨਹੀਂ ਕਰਾਉਣਾ। ਅਸੀਂ ਕੌਣ ਹੁੰਨੇ ਕਰਾਉਣ ਵਾਲੇ? ਇਹ ਪੰਜਾਬ ਕਰਾਊਗਾ। ਔਰ ਦੇਖੋ ਏਜੰਡਾ ਮੰਨਿਆ ਨਾ, ਕਿਉਂ ਮੰਨਿਆ? ਇਹ ਉਹਨਾਂ ਦੀ ਮੈਂ ਕਹੂੰਗਾ ਸੁਹਿਰਦਤ ਹੈ, ਅੱਛਾਪਨ ਹੈ। ਇਸ ਅੱਛੇਪਨ ਨੂੰ ਹੋਰ ਅੱਗੇ ਵਧਾਉਣ ਔਰ ਲਿਖ ਕੇ ਵੀ ਦੇਣ ਔਰ ਪੰਜਾਬ ਦੇ ਲੋਕਾਂ ਨੂੰ ਯਕੀਨ ਹੋਵੇ। ਤੁਹਾਡਾ ਪੁੱਛਣਾ ਵਾਜਬ ਇਸ ਲਈ ਹੈ ਕਿ ਜੇ ਉਹ ਨਹੀਂ ਹੁੰਦਾ ਤਾਂ ਬਾਅਦ 'ਚ ਇਹ ਤਾਂ ਨਹੀਂ ਕਹਿ ਦਿੱਤਾ ਜਾਊ ਇਹ ਵੀ ਜੁਮਲਾ ਸੀ। ਸੋ ਲਿਖ ਕੇ ਦੇਣ ਭਾਈ, ਇਹ ਜੁਮਲਾ ਨਹੀਂਗਾ, ਇਹ ਰੋਡ ਮੈਪ ਨੂੰ ਅਸੀਂ ਐਕਸੈਪਟ ਕਰ ਰਹੇ ਹਾਂ। ਇਹ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ। ਜਦੋਂ ਤੁਸੀਂ ਪੰਜਾਬ ਬਣਾਇਆ ਉਸ ਤੋਂ ਬਾਅਦ ਪਿੰਡ ਜਾ ਕੇ ਗਰਾਊਂਡ ਲੈਵਲ ਤੇ ਪ੍ਰਚਾਰਿਆ ਗਿਆ ਜਾਂ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਇਸ ਤਰੀਕੇ ਨਾਲ ਚੱਲੇਗਾ? ਤੁਸੀਂ ਅਗਰ ਸਾਡਾ ਵੇਖੋਗੇ ਫੇਸਬੁੱਕ ਤਾਂ ਉਹ 'ਚ ਅਸੀਂ ਕੁਝ ਮਿਲਣੀਆਂ ਵੀ ਪਾਈਆਂ ਨੇ ਜਿੱਥੇ ਅਸੀਂ ਮਿਲ ਰਹੇ ਹਾਂ। ਔਰ ਹੈਪੀ ਜੀ ਹਰੀ ਇੱਥੇ ਕਿਉਂ ਬੈਠੇ ਨੇ? ਕਿਉਂਕਿ ਜ਼ਮੀਨ ਤੇ ਕੰਮ ਕਰਨ ਵਾਲੇ ਸਾਡੇ ਲੋਕ ਵੀ ਗਏ ਨੇ। ਜੇ ਤੁਸੀਂ ਧਾਲੀਵਾਲ ਸਾਹਿਬ ਦਾ ਪੁੱਛੋਗੇ, ਜਲੰਧਰ ਜਾ ਕੇ ਆਏ ਨੇ। ਹਮੀਰ ਜੀ ਦਾ ਪੁੱਛੋਗੇ, ਹਰ ਸੈਟਰਡੇ ਸੰਡੇ ਜਾ ਰਹੇ ਨੇ। ਜੇ ਮੇਰਾ ਪੁੱਛੋਗੇ ਤਾਂ ਅਸੀਂ ਇਨਵਾਇਰਨਮੈਂਟ ਤੋਂ ਲੈ ਕੇ ਮਤਲਬ ਕਿਹੜੀ ਜਗ੍ਹਾ ਜਿੱਥੇ ਨਹੀਂ ਗਏਗੇ। ਪਰ ਹਾਂ ਕਦੇ ਤੁਹਾਡੀ ਪਹੁੰਚ ਨਹੀਂ ਹੋ ਪਾਉਂਦੀ ਉੱਥੇ। ਔਰ ਸਾਡੀ ਕੋਸ਼ਿਸ਼ ਵੀ ਹੈ ਕਿ ਵਿਖਾਉਣ ਦੀ ਬਜਾਏ ਕਰਨ 'ਚ ਵਿਸ਼ਵਾਸ ਕਰੀਏ। ਹਰ ਥਾਂ ਤੇ ਸੈਲਫੀ ਲਾ ਕੇ ਜਾਂ ਉਹ ਲਾ ਕੇ ਨਾ ਖੜੀਏ, ਕਿਉਂਕਿ ਕੰਮ ਕਰਨ 'ਚ ਹੋਣਾ ਚਾਹੀਦਾ, ਵਿਖਾਉਣ 'ਚ ਨਹੀਂ। ਸੋ ਅਸੀਂ ਜਾ ਰਹੇ ਹਾਂ ਔਰ ਅੱਗੇ ਵੀ ਜਾਵਾਂਗੇ। ਜੀ ਜੇ ਗੱਲ ਕਰੀਏ ਕਿਸਾਨ ਅੰਦੋਲਨ ਦੇ ਵਿੱਚ ਵੱਡੀ ਭੂਮਿਕਾ ਰਹੀ ਕਲਾਕਾਰ ਭਾਈਚਾਰੇ ਦੀ, ਤਾਂ ਇਸ ਜੂਝਦਾ ਪੰਜਾਬ ਦੇ ਨਾਲ ਹੁਣ ਕਿੰਨੇ ਕੁ ਕਲਾਕਾਰ ਤੁਸੀਂ ਆਪਣੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਜੋੜੋਗੇ ਤਾਂ ਜੋ ਸੋਸ਼ਲ ਮੀਡੀਆ ਦੇ ਜ਼ਰੀਏ ਇੱਕ ਮੂਵਮੈਂਟ ਕ੍ਰੀਏਟ ਕੀਤੀ ਜਾਵੇ ਕਿ ਲੋਕਾਂ ਤੱਕ ਆਵਾਜ਼ ਪਹੁੰਚਾਉਣੀ ਹੈ, ਲੋਕਾਂ ਤੱਕ ਸੁਨੇਹਾ ਪਹੁੰਚਾਉਣਾ ਹੈਗਾ, ਤਾਂ ਕਿੰਨੇ ਕਲਾਕਾਰ ਤੁਹਾਡੇ ਇਸ ਪੂਰੇ ਜੂਝਦਾ ਪੰਜਾਬ ਨਾਲ ਤੁਹਾਡੇ ਜ਼ਰੀਏ ਜੁੜਨ ਜਾ ਰਹੇ ਹਨ? ਸਭ ਤੋਂ ਪਹਿਲਾਂ ਤਾਂ ਜੀ ਮੇਰੇ ਹਿਸਾਬ ਨਾਲ ਤਾਂ ਆਲਮੋਸਟ ਸਾਰੇ ਆਰਟਿਸਟ ਆ ਜਿਹੜੇ ਉਹ ਸਾਰੇ ਬਹੁਤ ਸੌਖੇ ਨੇ ਤੇ ਸਾਰੇ ਹੀ ਸਹਿਮਤ ਨੇ ਇਹਦੇ ਨਾਲ, ਜੋ ਮੈਨੂੰ ਲੱਗ ਰਿਹਾ। ਕਿਉਂਕਿ ਮੈਨੂੰ ਲੱਗਦਾ ਕਿ ਹਾਂ ਕਈਆਂ ਦੇ ਵਿੱਚੋਂ ਪੋਲਿਟਿਕਸ ਦਾ ਰੁਝਾਨ ਹੋਏਗਾ ਤਾਂ ਉਹਨਾਂ ਦੀ ਵੀ ਆਜ਼ਾਦੀ ਆ, ਉਹਨਾਂ ਨੇ ਜਿਹੜੀ ਚੀਜ਼ ਚੂਜ਼ ਕਰਨੀ ਹੈ। ਪਰ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਕਿ ਸਾਰੇ ਜਿਵੇਂ ਆਰਟਿਸਟ ਜਦੋਂ ਹੁਣ
ਆ ਜਿਹੜੀ ਕਾਨਫਰੰਸ ਆ ਇਹਦੇ ਚ ਸਰਲ ਤਰੀਕੇ ਨਾਲ ਉਹਨੂੰ ਏਜੰਡਿਆਂ ਦਾ ਪਤਾ ਲੱਗੂਗਾ ਤਾਂ ਸਾਰੇ ਪੰਜਾਬ ਨੂੰ ਪਿਆਰ ਕਰਨ ਵਾਲੇ ਆ, ਕਿਉਂਕਿ ਸਾਰੇ ਕਮਾਈ ਪੰਜਾਬ ਦੀ ਪੰਜਾਬੀ ਮਾਂ ਬੋਲੀ ਤੋਂ ਖਾਂਦੇ ਆ, ਅਸੀਂ ਸਟੈਂਡ ਆਊਟ ਤੋਂ ਹੋਏ ਹਾਂ। ਤੇ ਡੈਫੀਨੇਟਲੀ ਮੈਨੂੰ ਲੱਗਦਾ ਹੈ ਕਿ ਆਲਮੋਸਟ ਸਾਰੇ ਸਾਡੇ ਭਰਾ ਇਹਨੂੰ ਜੁਆਇਨ ਕਰਨਗੇ। ਤੇ ਮੈਂ ਰਿਕਵੈਸਟ ਵੀ ਕਰੂੰਗਾ ਤੁਹਾਡੇ ਮਾਧਿਅਮ ਰਾਹੀਂ, ਕਿਉਂਕਿ ਸ਼ਾਇਦ ਹਜੇ ਕਈਆਂ ਨੂੰ ਪਤਾ ਨਹੀਂ ਹੋਣਾ, ਉਹ ਟਾਈਮ ਲੱਗ ਜਾਂਦਾ ਹੈ। ਜਦੋਂ ਉਹਨੂੰ ਇਹ ਚੀਜ਼ ਪਹੁੰਚੂਗੀ ਅਸੀਂ ਪਰਸਨਲੀ ਵੀ ਉਹਨਾਂ ਨੂੰ ਐਕਸਪਲੇਨ ਕਰਾਂਗੇ। ਬਾਕੀ ਸਾਨੂੰ ਜੁਆਇਨ ਕਰਨਾ ਜਾਂ ਨਾ ਕਰਨਾ ਇਹ ਉਹਨਾਂ ਦੀ ਆਜ਼ਾਦੀ ਆ, ਸਾਡਾ ਪਿਆਰ ਜਿਹੜਾ ਉਹਨਾਂ ਦੇ ਨਾਲ ਉਹ ਉਦਾਂ ਹੀ ਰਹੂਗਾ। ਕਈ ਵਾਰੀ ਨਾ ਇਹਦੇ 'ਚ ਇੱਕੋ ਗੱਲ ਐਡ ਕਰਦੇ ਆ ਕਿ ਕਈ ਵਾਰੀ ਉਹਨਾਂ ਦੀ ਸਪੋਰਟ ਭਰਪੂਰ ਹੁੰਦੀ ਤੁਹਾਡੇ ਨਾਲ, ਪਰ ਕਈ ਵਾਰੀ ਉਹ ਡਾਇਰੈਕਟ ਨਹੀਂ ਆਉਣਾ ਚਾਹੁੰਦੇ, ਉਹਨਾਂ ਦੇ ਆਪਦੇ ਰੀਜ਼ਨਸ ਹੁੰਦੇ। ਮੈਨੂੰ ਲੱਗਦਾ ਇਹ ਇੱਕ ਖਿਆਲ ਛੱਡ ਦੇਣਾ ਚਾਹੀਦਾ ਹੈ। ਵਾਧੇ ਤੁਸੀਂ ਸੋਚੋ ਅਸੀਂ ਕਿੰਨੇ ਕੁ ਦਿਨ ਹੋਏ ਆਪਾਂ ਨੂੰ, 4-5 ਹਜ਼ਾਰ ਹੋ ਗਏ ਆ, ਅਸੀਂ ਇਹ ਲੱਖਾਂ 'ਚ ਹੋ ਜਾਵਾਂਗੇ। ਇੱਕ ਨਾ ਡਰ ਆ ਭਾਈ ਜੀ ਆਰਟਿਸਟ ਭਾਈਚਾਰੇ ਦੇ ਵਿੱਚ, ਇਹ ਬਹੁਤ ਵੱਡਾ ਡਰ ਹੈ। ਡਰ ਇਹ ਹੈ ਕਿ ਵੀ ਸ਼ਾਇਦ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਪਰੇਸ਼ਾਨ ਨਾ ਕੀਤਾ ਜਾਵੇ ਸਰਕਾਰਾਂ ਵੱਲੋਂ ਵੀ ਕਿਸੇ ਨਾ ਕਿਸੇ ਤਰੀਕੇ, ਕਿਉਂਕਿ ਜਦੋਂ ਦੇਖੋ ਜਿਹੜੇ ਆਰਟਿਸਟ ਸੀਗੇ, ਜਦੋਂ ਅਸੀਂ ਸਾਰੇ ਰਲ ਕੇ ਭਰਾਵਾਂ ਨਾਲ ਖੜੇ, ਜਿੱਦਾਂ ਬਾਈ ਹੋਰਾਂ ਨੇ ਦੱਸਿਆ ਕਿ ਇਹਨਾਂ ਨੇ ਕਦੇ ਕਿਸੇ ਨਾਲ ਸੈਲਫੀ ਦੀ ਕਰਾਈ, ਪਰ ਜੇ ਅੱਜ ਨਾਲ ਬੈਠੇ ਨੇ ਕਿਉਂਕਿ ਇਹਨਾਂ ਨੂੰ ਲੱਗਾ ਕਿ ਅਸੀਂ ਸਾਨੂੰ ਦਰਦ ਹੈ, ਸਾਨੂੰ ਦੁੱਖ ਹੈ, ਰੱਬ ਨੇ ਸਾਨੂੰ ਇਹਨਾਂ ਚਿਹਰਿਆਂ ਨੂੰ ਸ਼ੋਹਰਤ ਦੀ ਭੁੱਖ ਨਹੀਂ, ਨਾ ਸਾਨੂੰ ਇਹ ਅਸੀਂ ਮਾਈਕ ਦੇ ਮੂਹਰੇ ਜਾਂ ਅਸੀਂ ਮੀਡੀਆ ਰਾਹੀਂ ਲੋਕਾਂ ਅੱਗੇ ਆਈਏ, ਉਹ ਤਾਂ ਆਲਰੇਡੀ ਰੱਬ ਨੇ ਬਖਸ਼ਿਆ ਹੋਇਆ। ਸੋ ਇਹ ਸਾਨੂੰ ਦਰਦ ਹੈ, ਸਾਨੂੰ ਦੁੱਖ ਹੈ ਪੰਜਾਬ ਦਾ। ਪਰ ਜਿਹੜੇ ਆਰਟਿਸਟ ਨੂੰ ਡਰ ਹੈ, ਮੈਂ ਉਹਨਾਂ ਨੂੰ ਵੀ ਕਹਿਣਾ ਚਾਹੂੰਗਾ ਵੀ ਜਿਹੜਾ ਇਹ ਇੱਕ ਗਰੁੱਪ ਕ੍ਰੀਏਟ ਹੋਇਆ ਇਹ ਤੁਹਾਡੇ ਨਾਲ ਹੈ, ਡਰਨ ਦੀ ਲੋੜ ਨਹੀਂ। ਤੁਸੀਂ ਬੇਝਿਜਕ ਹੋ ਕੇ ਪੰਜਾਬ ਦੇ ਦੁੱਖ ਲਈ ਸਟੈਂਡ ਕਰੋ, ਕਿਉਂਕਿ ਇਕੱਲੇ ਅਸੀਂ ਨਹੀਂ, ਮੈਨੂੰ ਪਤਾ ਮੀਡੀਆ ਨਾਲ ਹੈ। ਤੁਸੀਂ ਅੱਗੇ ਵੀ ਜਦੋਂ ਅੰਦੋਲਨ ਚੱਲਦਾ ਸੀ ਦੱਬ ਕੇ ਸਪੋਰਟ ਕੀਤੀ ਹੈ, ਔਰ ਜਿੰਨੇ ਤੁਸੀਂ ਕੁਐਸਚਨ ਕਰ ਰਹੇ ਹੋ ਸਾਰੇ ਮਤਲਬ ਵੈਲਿਡ ਨੇ, ਕਰਨੇ ਚਾਹੀਦੇ ਨੇ। ਪਰ ਮੈਂ ਇਹ ਵੀ ਬੇਨਤੀ ਫੇਰ ਤੋਂ ਕਰੂੰਗਾ, ਜਦੋਂ ਤੁਹਾਡੇ ਸਾਰੇ ਕੁਐਸਚਨ ਤੁਸੀਂ ਮਾਨ ਸਾਹਿਬ ਨੂੰ ਕਰ ਲਓ, ਬਾਈ ਜੀ ਹੋਰਾਂ ਨੂੰ ਕਰ ਲਓ, ਕਲੀਅਰ ਹੋ ਜਾਣਗੇ ਤਾਂ ਉਸ ਤੋਂ ਬਾਅਦ ਤੁਸੀਂ ਵੀ ਸਾਡੇ ਨਾਲ ਜੁਆਇਨ ਕਰੋ, ਤੁਸੀਂ ਵੀ ਸਾਡੇ ਮੋਢੇ ਨਾਲ ਮੋਢਾ ਲਾਓ। ਆਪਾਂ ਜਿਹੜੇ ਆਪਸੀ ਕੁਐਸਚਨ ਆਨਸਰ ਖਤਮ ਕਰਕੇ ਅਸੀਂ ਵੀ ਪੰਜਾਬ ਦੀ ਡਿਵੈਲਪਮੈਂਟ ਵਾਲੇ ਜੇ ਪਾਸੇ ਤੁਸੀਂ ਵੀ ਪੱਕੇ ਤੌਰ ਤੇ ਉਧਰ ਨੂੰ ਹੋਗੇ ਸਾਡੇ ਨਾਲ, ਤਾਂ ਮੈਨੂੰ ਪਤਾ ਵੀ ਜਿਹੜਾ ਜਿਵੇਂ ਪਹਿਲਾਂ ਜਿਹੜਾ ਸਾਡਾ ਮੈਸੇਜ ਸੀਗਾ, ਜਿਹੜੀ ਆਰਟਿਸਟ ਦੀ ਜ਼ੁਬਾਨ ਆ ਉਹਦੇ ਲਈ ਬੜੇ ਸਰਲ ਤਰੀਕੇ ਨਾਲ ਲੋਕਾਂ ਤੱਕ ਪਹੁੰਚ ਜਾਂਦਾ। ਤੇ ਇਸ ਵਾਰ ਤੁਸੀਂ ਫਿਰ ਮੋਢੇ ਨਾਲ ਮੋਢਾ ਜੋੜੋਗੇ ਤਾਂ ਜਿਹੜਾ ਸਾਡਾ ਜੂਝਦਾ ਪੰਜਾਬ ਆ, ਜੋ ਅਸੀਂ ਪੰਜਾਬ ਦੀ ਤਰੱਕੀ ਵਾਸਤੇ ਕਰ ਰਹੇ ਹਾਂ, ਇਹ ਸਾਡਾ ਜਿਹੜਾ ਮੈਸੇਜ ਆ ਯੂਥ ਨੂੰ ਬੜੀ ਆਸਾਨੀ ਨਾਲ ਸਮਝ ਆ ਜਾਣਾ। ਅੱਜ ਦੀ ਆਪਾਂ ਗੱਲ ਕਰਦੇ ਹਾਂ ਵੀ ਲਿਖਤੀ ਰੂਪ 'ਚ, ਜੇ ਮੰਨ ਲਓ ਕਿਸੇ ਪਿੰਡ ਦੇ ਵਿੱਚ ਕੋਈ ਜਾ ਕੇ ਲੀਡਰ ਵਾਅਦਾ ਕਰਦਾ ਕੋਈ ਕਿ ਮੈਂ ਇਹ ਕਰੂੰਗਾ ਉਹ ਕਰੂੰਗਾ, ਤੇ ਪਿੰਡ ਦੇ ਸਰਪੰਚ ਜਾਂ ਪਿੰਡ ਦੀ ਪੰਚਾਇਤ ਨੂੰ ਕਹਿੰਦਾ ਕਿ ਸਾਨੂੰ ਲਿਖ ਕੇ ਦੇ ਜਾ ਭਾਈ ਤੂੰ ਆਪਦੇ ਪਰਸਨਲ ਸਥਾਨ ਦੇ ਉੱਪਰ। ਜੇ ਉਹ ਕਿਤੇ ਸ਼ਹਿਰ 'ਚ ਜਾ ਰਿਹਾ, ਜੇ ਕਿਸੇ ਕਾਲਜ ਦੇ ਵਿੱਚ ਜਾ ਕੇ ਕੋਈ ਨੀਂਹ ਪੱਥਰ ਰੱਖਿਆ ਜਾ ਰਿਹਾ, ਤਾਂ ਕਾਲਜ ਦਾ ਪ੍ਰਿੰਸੀਪਲ ਕਹੇ ਕਿ ਸਾਨੂੰ ਤੁਸੀਂ ਦਿਓ ਜੀ ਲਿਖ ਕੇ। ਇਹ ਰੀਤ ਬਣਾ ਦਈਏ, ਇਹ ਰੀਤ ਬਣ ਜੇ। ਪੰਜਾਬ ਤਰੱਕੀ ਕਰ ਲੈਂਦੇ, ਝੂਠੇ ਵਾਦੇ ਬਾਰ-ਬਾਰ ਹੋ ਰਹੇ ਕਿ ਅਸੀਂ ਇਹ ਕਰ ਦਾਂਗੇ ਉਹ ਕਰ ਦਾਂਗੇ, ਉਹ ਤਾਂ ਬੜੀ ਦੇਰ ਤੋਂ ਸੁਣ ਰਹੇ ਹਾਂ, ਉਹ ਸਾਰੇ ਖਤਮ ਹੋ ਜਾਣਗੇ ਜੀ। ਇਧਰ ਪਹਿਲਾਂ ਤੁਸੀਂ ਪੁੱਛ ਲਓ ਜੋ ਹੈ। ਮੈਂਬਰਸ਼ਿਪ ਹਜੇ ਤੱਕ ਤੁਹਾਡੀ ਡਿਜੀਟਲ ਹੈ ਔਰ ਪਿੰਡਾਂ ਦੇ ਵਿੱਚ ਵੀ ਤੁਸੀਂ ਜਾ ਰਹੇ ਹੋ, ਪਰ ਪਿੰਡਾਂ ਦੇ ਵਿੱਚ ਬਣੇ ਬਣਾਏ ਯੂਥ ਕਲੱਬ ਨੇ ਬੜੇ ਸਮੇਂ ਤੋਂ ਰਨ ਨਹੀਂ ਹੋ ਰਹੇ। ਕੁਝ ਤਾਂ ਨੌਜਵਾਨ ਬਾਹਰ ਚਲੇ ਗਏ ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਠੱਪ ਪਏ ਨੇ, ਔਰ ਉਹਨਾਂ ਤੱਕ ਪਹੁੰਚ ਕਰਨ ਦੀ ਤੁਹਾਡੀ ਕੋਈ ਅੱਗੇ ਪਲੈਨਿੰਗ ਹੈ ਜੀ? ਆਲਰੇਡੀ ਬਹੁਤ ਸਾਰੇ ਯੂਥ ਕਲੱਬ ਸਾਡੇ ਨਾਲ ਹੀ ਆ ਗਏ ਨੇ। ਜਿਹੜਾ ਅਸੀਂ ਜਲੰਧਰ 'ਚ ਕਰ ਰਹੇ ਹਾਂ ਪਹਿਲਾ ਪ੍ਰੋਗਰਾਮ, ਜਿੱਥੇ ਅਸੀਂ ਜਾ ਕੇ ਸਾਰੇ ਬਾਕੀ ਲੋਕਾਂ ਨੂੰ ਵੀ ਆਮੰਤਰਿਤ ਕਰ ਰਹੇ ਹਾਂ, ਉਹ ਯੂਥ ਕਲੱਬ ਹੀ ਆਰਗੇਨਾਈਜ਼ ਕਰ ਰਹੇ ਆ। ਐਂ ਹੀ ਹੋਰ ਮੁਕਤਸਰ ਸਾਹਿਬ ਦੇ ਵਿੱਚ ਹੈ, ਬਾਕੀ ਸਾਰੇ ਥਾਵਾਂ ਤੇ ਯੂਥ ਕਲੱਬ ਨਾਲ ਜੁੜ ਰਹੇ ਨੇ ਸਾਰੇ ਦੇ ਸਾਰੇ। ਬਟ ਕੀ ਉਹ ਹਰ ਬੰਦੇ ਨੂੰ ਅਸੀਂ ਚੰਡੀਗੜ੍ਹ ਨਹੀਂ ਸੱਦ ਰਹੇ, ਅਸੀਂ ਉਹਨਾਂ ਕੋਲੇ ਜਾ ਰਹੇ ਹਾਂ, ਹਰ ਥਾਂ ਤੇ ਜਾਵਾਂਗੇ ਹੁਣ। ਸੋ ਯੂਥ ਕਲੱਬ ਵੀ ਆਮ ਜਿਹੜੇ ਤੁਹਾਡੇ ਵਾਂਗੂ ਕਈ ਬੰਦੇ ਇੰਡੀਵਿਜੂਅਲ ਲੈਵਲ ਤੇ ਸੋਚਦੇ ਸੀ ਕੁਝ ਚੰਗਾ, ਉਹ ਵੀ ਅੱਗੇ ਆ ਰਹੇ ਨੇ। ਮਾਨ ਸਾਹਿਬ ਸਵਾਲ ਇਹ ਸੀਗਾ ਕਿ ਭਾਵੇਂ ਜਿਵੇਂ ਮਾਨ ਸਾਹਿਬ ਪੱਤਰਕਾਰ ਸਾਹਮਣੇ ਜਾਂ ਫਿਰ ਕਿਸਾਨ ਅੰਦੋਲਨ ਅਸੀਂ ਸਾਹਮਣੇ ਕਵਰ ਕੀਤਾ, ਉਹਦੇ ਵਿੱਚੋਂ ਨਿਕਲਿਆ ਹੋਇਆ ਸਵਾਲ ਕਿ ਬਹੁਤ ਸਾਰੇ ਲੋਕ ਇਹ ਕਹਿੰਦੇ ਸੀ ਕਿ ਕਿਸਾਨਾਂ ਦੀ ਇੱਕ ਪਾਰਟੀ ਬਣੇ, ਅਸੀਂ ਉਹਦੇ ਨਾਲ ਵੀ ਖੜੀਏ। ਲੋਕ ਮਤਲਬ ਅੰਦਰ ਖਾਤੇ ਵੀ ਕਿਤੇ ਨਾ ਕਿਤੇ ਕਾਂਗੇ ਜਿਹੜੀਆਂ ਬਾਕੀ ਜਥੇਬੰਦੀਆਂ ਜਿਨ੍ਹਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ, ਕੀ ਦੂਜਾ ਪੰਜਾਬ ਉਹਨਾਂ ਤੱਕ ਵੀ ਕੋਈ ਅਪਰੋਚ ਬਣਾਏਗਾ ਕਿ ਉਹਨਾਂ ਨੂੰ ਇਹ ਕਹੇ ਕਿ ਤੁਸੀਂ ਸਮਰਥਨ ਕਰੋ, ਕਿਉਂਕਿ ਤੁਸੀਂ ਤਾਂ ਸਮਰਥਨ ਕਰ ਹੀ ਰਹੇ ਹੋ ਸੰਯੁਕਤ ਸਮਾਜ ਮੋਰਚੇ ਦਾ। ਜਿਹੜੀਆਂ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਕਿ ਅਸੀਂ ਸਿਆਸਤ ਦੇ ਵਿੱਚ ਨਹੀਂ ਜਾਣਾ ਜਾਂ ਸਾਨੂੰ ਉਹਨਾਂ ਦਾ ਫੈਸਲਾ ਠੀਕ ਨਹੀਂ ਲੱਗਦਾ, ਕਿ ਦੂਜਾ ਪੰਜਾਬ ਉਹਨਾਂ ਤੱਕ ਕੋਈ ਅਪਰੋਚ ਬਣਾਏਗਾ? ਦੇਖੋ ਅਸੀਂ ਪੋਲੀਟੀਕਲ ਐਕਟੀਵਿਟੀ 'ਚ ਨਾ ਸੀ ਨਾ ਹਾਂ ਨਾ ਹੋਵਾਂਗੇ, ਇਹ ਪਹਿਲਾਂ ਹੀ ਕਿਹਾ। ਇਹ ਕੰਮ ਉਹਨਾਂ ਦਾ ਜਿਨ੍ਹਾਂ ਨੇ ਪਾਰਟੀ ਬਣਾਈ, ਉਹਨਾਂ ਦਾ ਕੰਮ ਹੈ। ਸਾਡੇ ਤੱਕ ਵੀ ਉਹੀ ਆਏ ਨੇ, ਉਹਨਾਂ ਤੱਕ ਵੀ ਉਹੀ ਜਾਣਗੇ। ਸਾਡੀ ਸਮਝ ਇੰਨੀ ਹੈ ਕਿ ਜੇ ਏਜੰਡੇ ਨਾਲ ਸਹਿਮਤ ਹੋ ਅਸੀਂ ਤੁਹਾਡੀ ਮੁਖਾਲਫਤ ਨਹੀਂ ਕਰਾਂਗੇ। ਜੇ ਇੱਕ ਪੰਜਾਬ ਮਾਡਲ 'ਚ ਜਾਓਗੇ ਜਿਹਦੇ 'ਚ ਲੋਕ ਵੀ ਉਹ ਆਉਣ, ਉਮੀਦਵਾਰ ਵੀ ਉਹ ਹੋਣ, ਪੈਸੇ ਧੇਲੇ ਦੀ ਵੀ ਕੋਈ ਗੱਲ ਨਾ ਹੋਵੇ, ਪੰਜਾਬ ਸਮੁੱਚੀ
ਜਿੰਨੀ ਲੀਡਰਸ਼ਿਪ ਕਹਿ ਲਓ ਜਾਂ ਸਮਾਜ ਦੇ ਤਬਕੇ ਕਹਿ ਲਓ, ਇੱਕ ਛਤਰ ਛਾਇਆ ਥੱਲੇ ਆਉਂਦੇ ਨੇ, ਤਾਂ ਅਸੀਂ ਇਸ ਤੋਂ ਵੱਧ ਕੇ ਉਹਨਾਂ ਦੀ ਮਦਦ ਵੀ ਕਰ ਦਿਆਂਗੇ। ਮੈਨੂੰ ਲੱਗਦਾ ਹੈ ਇਸ ਮਾਮਲੇ 'ਚ ਕੋਈ ਵੀ ਵਿਰੋਧ ਨਹੀਂ ਕਰੂਗਾ, ਪਰ ਤੁਸੀਂ ਕਹੋ ਕਿ ਇਹਨਾਂ ਦੇ ਬਿਹਾਵ ਤੇ ਅਸੀਂ ਗੱਲ ਕਰੀਏ, ਨਹੀਂ, ਸਾਡਾ ਇਹੋ ਜਿਹਾ ਕੋਈ ਇਰਾਦਾ ਨਹੀਂ ਗਾ। ਇਹ ਆਪ ਗੱਲ ਕਰਨਗੇ। ਹਾਂ, ਸਾਡੇ ਨਾਲ ਉਹ ਗੱਲ ਕਰਦੇ ਰਹਿੰਦੇ ਨੇ, ਸਾਡੇ ਨਾਲ ਉਹ ਜਥੇਬੰਦੀਆਂ ਟੱਚ 'ਚ ਵੀ ਨੇ, ਔਰ ਅਸੀਂ ਉਹਨਾਂ ਨੂੰ ਕਹਿ ਵੀ ਰਹੇ ਹਾਂ ਕਿ ਭਾਈ ਆਪਾਂ ਪੰਜਾਬ ਨੂੰ ਬਚਾਉਣ ਲਈ ਸਿਰਫ ਇਲੈਕਸ਼ਨਾਂ ਤੱਕ ਨਹੀਂ, ਇਲੈਕਸ਼ਨਾਂ ਤੋਂ ਅੱਗੇ ਤੱਕ ਵੀ ਚੱਲਣਾ ਹੈ। ਕੋਈ ਵੀ ਜ਼ਿਆਦਤੀ ਹੋਊਗੀ ਅਸੀਂ ਖੜਾਂਗੇ, ਸਾਡੇ ਨਾਲ ਉਹ ਵੀ ਸ਼ਾਮਲ ਹੋਣਗੇ, ਬਾਕੀ ਜਥੇਬੰਦੀਆਂ ਜਿੰਨੀਆਂ ਵੀ ਨੇ ਜਿਹੜੀਆਂ ਪਾਰਟਿਸਿਪੇਟ ਡਾਇਰੈਕਟ ਨਹੀਂ ਕਰ ਰਹੀਆਂ। ਮੈਨੂੰ ਲੱਗਦਾ ਜੀ ਗੱਲ ਹੋ ਗਈਆਂ ਸਾਰੀਆਂ। ਇੱਕ ਲਾਸਟ ਕੁਐਸਚਨ ਲੈ ਲੈਣੇ ਜੀ, ਲਾਸਟ ਕੁਐਸਚਨ। ਮੈਂ ਸਿਰਫ ਜਾਣਨਾ ਚਾਹੁੰਦੀ ਸੀ ਕਿ ਲੇਡੀਜ਼ ਦੀ ਸ਼ਮੂਲੀਅਤ ਜੂਝ ਦਾ ਪੰਜਾਬ ਵਿੱਚ ਕਿੰਨੀ ਕੁ ਹੈ ਤੇ ਕਿੰਨੀ ਕੁ ਹੋ ਸਕਦੀ ਹੈ? ਇੱਕ ਤਾਂ ਇੱਥੇ ਤੁਹਾਡੇ ਨਾਲ ਆਏ ਦੀ ਅੱਜ ਹੀ ਆਪਣੀ ਉਹ ਸਰਪੰਚ, ਆਓ ਵੇਖੋ ਤੁਹਾਡੇ ਪਿੱਛੇ ਹੀ ਇੱਕ ਤਾਂ ਬੈਠੇ ਨੇ ਜਿਹੜੇ ਸਾਡੇ ਨਾਲ ਲੇਡੀਜ਼ ਨਵੇਂ ਸ਼ਾਮਲ ਹੋ ਰਹੇ ਨੇ। ਗੁੱਲ ਪਨਾਗ ਹਰੀ ਤਾਂ ਹੈਗੀਆਂ ਹੀ ਨੇ, ਰਵਿੰਦਰ ਜੀ ਹੋਰੀ ਹੈਗੇ ਨੇ, ਰਮਨਿੰਦਰ ਜੀ ਹੋਰੀ, ਔਰ ਬਹੁਤ ਯੂਥ ਕਹਿੰਦੇ ਨਾ, ਕਿਵੇਂ ਕੱਲਾ ਮੁੰਡਿਆਂ ਦਾ ਹੀ ਨਹੀਂ, ਲੜਕੀਆਂ ਦੇ ਵੀ ਬਹੁਤ ਸਾਰੇ। ਇੱਕ ਅਸੀਂ ਨਿੱਘੀ ਮਿਲਣੀ ਪਾਈ ਹੈ, ਜੇ ਤੁਸੀਂ ਉਹਦੇ ਵਿੱਚ ਕੈਮਰਾ ਘੁੰਮਦਾ ਵੇਖੋਗੇ ਤਾਂ ਉਹ 'ਚ ਲੜਕੀਆਂ ਦੀ ਸ਼ਮੂਲੀਅਤ ਜ਼ਿਆਦਾ ਸੀਗੀ। ਜੇ ਤੁਸੀਂ ਦੇਖੋਗੇ ਇੱਕ ਸਾਡੇ ਫੇਸਬੁੱਕ ਤੇ ਇੰਸਟਾ ਤੇ ਪਾਈ ਹੋਈ ਹੈ। ਸੋ ਸਭ ਸ਼ਾਮਲ ਹੋ ਰਹੇ ਨੇ। ਸੋ ਥੈਂਕ ਯੂ ਵੈਰੀ ਮਚ, ਤੁਸੀਂ ਆਏ। ਹੁਣ ਮੈਨੂੰ ਲੱਗਦਾ ਤੁਸੀਂ 1 to 1 ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਕਰਨੀਆਂ ਹੋਣਗੀਆਂ। ਦੁਬਾਰਾ ਕਹਿ ਦਿੰਦਾ ਕਿ ਜਿਨ੍ਹਾਂ ਨੇ ਵੀ ਸਾਡਾ ਇੰਡੋਰਸ ਕੀਤਾ ਏਜੰਡਾ ਮੰਨਿਆ, ਉਹਦੇ 'ਚ ਅਸੀਂ ਇੱਕ 31ਵੇਂ ਤੇ 32ਵੇਂ ਨੰਬਰ ਤੇ ਆਪਾਂ ਲਿਖਿਆ ਸੀ ਕਿ ਪਲੀਜ਼ ਇਹਨੂੰ ਲਿਖ ਕੇ ਜ਼ਰੂਰ ਦਿਓ ਜੀ, ਇੱਕ ਐਫੀਡੇਵਿਟ ਵਾਂਗੂ ਲਿਖ ਕੇ ਜ਼ਰੂਰ ਦਿਓ ਜੀ। ਉਹ ਸਾਨੂੰ ਨਹੀਂ ਲਿਖ ਕੇ ਦੇਣਾ, ਅਸੀਂ ਕੋਈ ਅਥਾਰਟੀ ਨਹੀਂ ਗੇ, ਲੋਕਾਂ ਨੂੰ ਲਿਖ ਕੇ ਦਿਓ ਜੀ, ਤਾਂ ਜੋ ਲੋਕਾਂ ਨੂੰ ਯਕੀਨ ਹੋ ਸਕੇ ਕਿ ਵਾਅਦੇ ਤਾਂ ਬਹੁਤ ਹੋਏ ਆ। ਕਿਉਂਕਿ ਹੈ ਕਿ ਇਹ ਆਲਟਰਨੇਟਿਵ ਪੋਲਿਟਿਕਸ ਹੈ। ਆਲਟਰਨੇਟਿਵ ਆਫ ਪੋਲਿਟਿਕਸ ਕੀ ਹੈ ਕਿ 75 ਸਾਲਾਂ 'ਚ ਜਿਵੇਂ ਲੁੱਟਿਆ ਗਿਆ, ਝੂਠੇ ਵਾਅਦੇ ਕਰਕੇ ਬਾਅਦ 'ਚ ਜੁਮਲਾ ਕਹਿ ਕੇ ਉਹ ਹੁਣ ਨਾ ਹੋਵੇ। ਆਲਟਰਨੇਟਿਵ ਪੋਲਿਟਿਕਸ ਹੈ ਕਿ ਅਸੀਂ ਉਹ ਗੱਲਾਂ ਕਰੀਏ ਜੋ ਪਹਿਲਾਂ ਨਹੀਂ ਹੋਈਆਂ। ਇਸੇ ਲਈ ਅਸੀਂ ਇਕੱਠੇ ਹੋਣ ਨੂੰ ਵੀ ਕਿਹਾ, ਨਿਰਸਵਾਰਥ ਹੋਣ ਨੂੰ ਕਿਹਾ, ਔਰ ਨਾਲ ਨਾਲ ਇਹ ਕਿਹਾ ਕਿ ਜੋ ਅਸੀਂ ਏਜੰਡਾ ਬਣਾਇਆ ਉਹ ਵੀ ਤੇ ਜੋ ਹੋਰ ਸੋਚ ਰਹੇ ਨੇ ਉਹ ਵੀ ਲਿਖ ਕੇ ਆਪਦੇ ਵੱਲੋਂ, ਪਾਰਟੀ ਵੱਲੋਂ, ਔਰ ਤੁਹਾਡੇ ਹਰ MLA ਜੋ ਵੀ ਬਣਨਾ ਚਾਹੁੰਦਾ ਜਾਂ ਕੈਂਡੀਡੇਟ ਵੱਲੋਂ ਇਹ ਐਫੀਡੇਵਿਟ ਦਿੱਤਾ ਜਾਵੇ ਲੋਕਾਂ ਨੂੰ ਕਿ ਲਓ ਭਾਈ ਆਹ ਲਿਖ ਕੇ ਦੇਤਾ। ਜੇ ਅਸੀਂ ਇਸ ਰੋਡ ਮੈਪ ਹਿਸਾਬ ਨਾਲ ਨਾ ਚੱਲੇ ਤਾਂ ਅਸੀਂ ਅਸਤੀਫਾ ਦੇਵਾਂਗੇ, ਜੇ ਅਸੀਂ ਨਹੀਂ ਦਿੱਤਾ ਤਾਂ ਤੁਸੀਂ ਸਾਡਾ ਪਿੰਡਾਂ 'ਚ ਵੜਨਾ ਬੰਦ ਕਰ ਦਿਓ ਜੀ। ਜਦੋਂ ਅਸੀਂ ਇਹ ਐਲਾਨ ਕਰਕੇ ਖੜੇ ਹੋ ਗਏ ਔਰ ਉਹ ਸੋਸ਼ਲ ਮੀਡੀਆ ਤੇ ਪਾਤੀਆਂ ਆਪਦੀਆਂ ਚੀਜ਼ਾਂ, ਉਸ ਤੋਂ ਬਾਅਦ ਮੈਂ ਤੁਹਾਨੂੰ ਗਰੰਟੀ ਨਾਲ ਆਣਾ, ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਉਹ ਬੰਦਾ ਆਪਦੀ ਗੱਲ ਤੋਂ ਭੱਜ ਜੇ, ਕਿਉਂਕਿ ਫਿਰ ਅਸੀਂ ਸਾਹਮਣੇ ਰੱਖ ਸਕਦੇ ਹਾਂ ਕਿ ਭਾਈ ਸਾਹਿਬ ਆਹ 10 ਸਾਲ ਲਿਖਿਆ ਕਿਉਂ ਸੀ, ਤੇ ਤੁਹਾਨੂੰ ਵੀ ਯਕੀਨ ਹੋ ਜਾਊਗਾ ਲੋਕਾਂ ਨੂੰ ਕਿ ਹਾਂ ਯਾਰ ਇਹ ਜੋ ਵੀ ਸੰਸਥਾ, ਪਾਰਟੀ ਜਾਂ ਬਹੁਤ ਸਾਰਾ ਸਮੂਹ ਜੋ ਤੁਹਾਡੇ ਨਾਲ ਵਾਅਦੇ ਕਰ ਰਿਹਾ ਉਹ ਜੈਨੂਅਨ ਕਰ ਰਿਹਾ, ਉਹ ਕਰ ਰਿਹਾ ਜੋ ਹੋ ਸਕਦੇ ਨੇ, ਨਾ ਕਿ ਸਿਰਫ ਤੁਹਾਨੂੰ ਭਰਮਾਉਣ ਲਈ ਜਾਂ ਫਸਾਉਣ ਲਈ। ਮੈਂ ਹੈਪੀ ਹੋਰਾਂ ਨੂੰ ਕਹੂੰਗਾ ਕਿਉਂਕਿ ਇਹ ਵੀ ਸ਼ਾਮਲ ਹੋਏ ਨੇ ਨਾਲ, ਤੇ ਆਪਦੇ ਮਸਲੇ ਨੂੰ ਲੈ ਕੇ ਥੋੜਾ ਜਿਹਾ ਸੰਖੇਪ ਦੇ ਵਿੱਚ ਕਹਿਣ ਤੇ ਫਿਰ ਆਪਾਂ ਤੁਹਾਡੇ ਕੁਐਸਚਨ ਆਨਸਰ 'ਚ ਪਹੁੰਚਣ ਤੇ ਸਾਰੇ ਸੱਜਣਾਂ ਦਾ, ਦੋਸਤਾਂ, ਮਿੱਤਰਾਂ ਦਾ ਤੇ ਪ੍ਰੈਸ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਅੱਜ ਤੋਂ ਪਹਿਲਾਂ ਮੈਂ ਜ਼ਿੰਦਗੀ 'ਚ ਕਦੇ ਕਿਸੇ ਸੈਲੀਬ੍ਰਿਟੀ ਨਾਲ ਤਸਵੀਰ ਨਹੀਂ ਖਿਚਾਈ, ਕਿਉਂਕਿ ਜਿਹੜਾ ਬੰਦਾ ਮੈਨੂੰ ਜਾਣਦਾ ਨਹੀਂ ਆ ਪਰਸਨਲ, ਮੈਂ ਉਹ ਸੈਲੀਬ੍ਰਿਟੀ ਨਾਲ ਕਦੇ ਕੋਈ ਤਸਵੀਰ ਨਹੀਂ ਖਿਚਾਈ। ਮੇਰੀ ਜ਼ਿੰਦਗੀ ਦਾ, ਮੇਰੀ ਲਾਈਫ ਦਾ ਪਹਿਲਾ ਚਾਂਸ ਹੈ। ਬਥੇਰੇ ਮਾਨ ਸਾਹਿਬ ਵੀ, ਬੱਬੂ ਮਾਨ ਫਿਰ ਰਹੇ ਨੇ ਇੱਥੇ, ਉਹਨਾਂ ਦੇ ਬਥੇਰੇ ਸ਼ੋਅ ਹੋਏ ਨੇ, ਦੇਖਿਆ, ਪਰ ਮੇਰੀ ਤਸਵੀਰ ਕਿਸੇ ਸਿੰਗਰ ਨਾਲ ਨਹੀਂ ਹੋਊਗੀ। ਮੈਂ ਇਹਨਾਂ ਨਾਲ ਇਸ ਕਰਕੇ ਨਹੀਂ ਜੁੜਿਆ ਕਿ ਇਹ ਬਹੁਤ ਵੱਡੇ ਸਿੰਗਰ ਨੇ, ਫਿਲਮ ਦੇ ਡਾਇਰੈਕਟਰਸ ਨੇ, ਇਸ ਕਰਕੇ ਜੁੜਿਆ ਵੀ ਇਹਨਾਂ ਦਾ ਪੰਜਾਬ ਨੂੰ ਬਚਾਉਣ ਲਈ ਏਜੰਡਾ ਹੈ, ਉਹ ਏਜੰਡੇ ਦੇ ਤਹਿਤ ਇਹਨਾਂ ਦੇ ਨਾਲ ਜੁੜੇ। ਜੇ ਕੱਲ ਨੂੰ ਇਹ ਵੀ ਏਜੰਡੇ ਤੋਂ ਪਾਸੇ ਜਾਂਦੇ ਨੇ ਤਾਂ ਸ਼ਾਇਦ ਮੇਰੇ ਵੀ ਬਖਰੇਵੇਂ ਇਹਨਾਂ ਤੋਂ ਹੋ ਜਾਣ, ਜੇ ਏਜੰਡੇ ਤੋਂ ਪਾਸੇ ਜਾਂਦੇ ਹੈ। ਪਰ ਮੈਨੂੰ ਲੱਗਦਾ ਨਹੀਂਗਾ ਕਿ ਇਹ ਸਾਰੀ ਟੀਮ ਏਜੰਡੇ ਤੋਂ ਪਾਸੇ ਜਾਊਗੀ, ਕਿਉਂਕਿ ਜਿਹੜੀ ਪੰਜਾਬ ਦੀ ਤਸਵੀਰ ਹੈ ਅੱਜ, ਜਿਹੜੀ ਪੰਜਾਬ ਜਿੱਥੋਂ ਦੀ ਵਿਚਰ ਰਿਹਾ, ਉਹ ਸਾਰੀ ਤਸਵੀਰ ਇਹਨਾਂ ਨੇ ਪਿਛਲੀ ਫਲੈਕਸ ਬੋਰਡ ਦੇ ਵਿੱਚ ਦੀ ਫਿੱਟ ਕਰਤੀ। ਅੱਜ ਪੰਜਾਬ ਵਾਕਈ ਵੱਖ-ਵੱਖ ਮੁੱਦਿਆਂ ਤੇ ਜਿਹੜਾ ਹੈਗਾ ਜ਼ੂਝ ਹੈ। ਮੈਂ ਪਿਛਲੇ ਲੰਬੇ ਟਾਈਮ ਤੋਂ ਕਿਸਾਨਾਂ ਦੇ ਕਈ ਇਸ਼ੂ ਜਿਹੜੇ ਹੈਗੇ ਆ ਉਠਾਉਂਦਾ ਰਿਹਾ। ਮੈਂ ਵਾਤਾਵਰਨ ਤੇ ਵੀ ਕਾਫੀ ਲੰਬਾ ਟਾਈਮ
ਠੀਕ ਹੈ ਬੋਲੋ ਬੋਲੋ। ਮੈਂ ਵਾਤਾਵਰਣ ਤੇ ਵੀ ਕਾਫੀ ਲੰਬਾ ਟਾਈਮ ਕੰਮ ਕੀਤਾ ਹੈ, ਪਰ ਮੈਂ ਫਾਰਮਰ ਦੇ ਜਿਹੜੇ ਇਸ਼ੂ ਹੈ ਵੱਖ-ਵੱਖ ਤਰ੍ਹਾਂ ਦੇ ਇਸ਼ੂ ਉਠਾਉਂਦਾ ਰਿਹਾ। ਕਿਸਾਨਾਂ ਦਾ ਇੱਕ ਜਿੱਦਾਂ ਸੰਤੋਸ਼ ਜੀ ਨੇ ਦੱਸਿਆ ਕਿ ਜਦੋਂ ਕਿਸਾਨ ਲਿਮਟ ਬਣਾਉਂਦਾ ਹੈ ਜਾਂ ਉਹ ਲੋਨ ਕਰਾਉਂਦਾ ਹੈ ਤਾਂ ਬੈਂਕ ਦੇ ਰੂਲ ਮੁਤਾਬਕ ਉਹਦੇ ਤੋਂ ਜ਼ਮੀਨ ਗਿਰਵੀ ਦੀ ਰਜਿਸਟਰੀ ਕਰਾਉਣੀ ਹੁੰਦੀ ਹੈ, ਜਦੋਂ ਕਿ ਉਹਨਾਂ ਤੋਂ ਖਾਲੀ ਜਿਹੜੇ ਚੈੱਕਸ ਨੇ ਉਹ ਲੋਨ ਕਰਨ ਵੇਲੇ ਲੈ ਲਏ ਜਾਂਦੇ ਨੇ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਕੋਰਟ ਦੇ ਵਿੱਚ ਲਾ ਦਿੱਤਾ ਜਾਂਦਾ ਤੇ ਜਿਹਦੇ ਕਰਕੇ ਉਹਨਾਂ ਨੂੰ, ਤੁਹਾਨੂੰ ਸਾਰਿਆਂ ਨੂੰ ਪਤਾ ਵੀ ਸਜ਼ਾਵਾਂ ਵੀ ਹੋ ਜਾਂਦੀਆਂ ਨੇ ਤੇ ਬਹੁਤੇ ਚੈੱਕ ਮੈਂ ਵਾਪਸ ਵੀ ਕਰਾਏ ਨੇ ਪਹਿਲਾਂ ਤੇ ਅੱਗੇ ਵੀ ਇਹਨਾਂ ਦੇ ਨਾਲ ਜੁੜ ਕੇ ਇਸ ਏਜੰਡੇ ਨੂੰ ਜਿਹੜਾ ਹੈਗਾ ਅੱਗੇ ਲੈ ਕੇ ਜਾਵਾਂਗੇ। ਸੋ ਇਸ ਕਰਕੇ ਮੈਂ ਬਹੁਤਾ ਸਮਾਂ ਨਾ ਖਰਾਬ ਕਰਦਾ ਹੋਇਆ, ਕਿਉਂਕਿ ਮੇਰੇ ਖਿਆਲ 2-3 ਪ੍ਰੈਸ ਕਾਨਫਰੰਸਾਂ ਦਾ ਅੱਜ ਵੀ ਸੀਗੀਆਂ ਤੇ ਤੁਸੀਂ ਵੀ ਸ਼ਾਇਦ ਥੱਕ ਗਏ ਹੋਵੋਗੇ, ਇਸ ਕਰਕੇ ਮੈਂ ਬਹੁਤਾ ਸਮਾਂ ਨਹੀਂ ਖਰਾਬ ਕਰਦਾਗਾ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੇ ਕੋਈ ਕੁਐਸਚਨ ਹੋਵੇ ਤਾਂ ਕਰ ਸਕਦੇ ਹੋ। ਹਾਂਜੀ ਪਲੀਜ਼, ਹੁਣ ਤੁਸੀਂ ਜੋ ਵੀ ਪੁੱਛਣਾ ਚਾਹੁੰਦੇ ਹੋ